ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸ਼ਕ। ਸ਼੍ਰੀ ਹਰਗੋਬਿੰਦ ਸ਼ੋਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਧਰੋਂ ਧਰਾ ਪਰ ਪੁੰਨ ਪੁੰਨ ਸੀਸਾ, ਪੁੰਨ ਪੁੰਨ ਸੀਸਾ। ਬੰਦ ਹੋ ਬਾਰ ਬਾਰ ਜਗਦੀਸ਼ਾ। ਜਿਸਮੈ ਹੈ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਓਦਦ, ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਧੰਨ ਧੰਨ ਸੱਚੇ ਪਾਤਸ਼ਾਹ, ਗਰੀਬ ਨਵਾਜ, ਅੰਤਰਜਾਮੀ, ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਸਮਰੱਥ ਸੱਚੇ ਪਾਤਸ਼ਾਹ, ਪ੍ਰਤੱਖ ਸੱਚੇ ਪਾਤਸ਼ਾਹ, ਹਾਜ਼ਰਾ ਹਜੂਰ, ਜਹਰਾ ਜਹੂਰ, ਸਰਬ ਕਲਾ ਭਰਪੂਰ ਸੱਚੇ ਪਾਤਸ਼ਾਹ ਜੀ ਮਹਾਰਾਜ, ਦਾਸਾਂ ਗਰੀਬਾਂ ਦੀ ਸਦਾ ਹੀ ਇੱਜ਼ਤ ਪੱਤ ਰੱਖਣ ਵਾਲੇ, ਗਰੀਬ ਨਵਾਜ, ਮਿਹਰਬਾਨ, ਅੰਤਰਜਾਮੀ, ਧੰਨ ਧੰਨ ਸਤਿਗੁਰੂ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੜੇ ਹੀ ਪਿਆਰ ਦੇ ਨਾਲ ਦੋਵੇਂ ਹੱਥ ਜੋੜ ਕੇ ਕਹੋ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਲੜੀਵਾਰ ਗੁਰੂ ਘਰ ਦਾ ਇਤਿਹਾਸ ਆਪ ਸਮੂਹ ਸੰਗਤ ਬੜੇ ਹੀ ਪ੍ਰੇਮ ਦੇ ਨਾਲ ਸਰਵਣ ਕਰਦੇ ਹੋ। ਆਓ ਲੜੀਵਾਰ ਕਥਾ ਦਾ ਸਮਾਂ ਹੋਇਆ ਹੈ। ਕੁਝ ਸਮਾਂ ਆਪਾਂ ਗੁਰੂ ਜੀ ਦੇ ਚਰਨਾਂ ਨਾਲ ਜੁੜੀਏ। ਗੁਰੂ ਕੇ ਕੀਰਤਨੀਏ ਆਪ ਜੀ ਨੂੰ ਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਦੇ ਰਸ ਪੀਨੇ ਕੀਰਤਨ ਸਰਵਣ ਕਰਾ ਰਹੇ ਸਨ। ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਦਾਸ ਜੀ ਤੇ ਆਪਣੀ ਹਾਜ਼ਰੀ ਹਜੂਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਲਵਾਓ ਜੀ। ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਹੀ ਪਿਆਰ ਨਾਲ ਉਚਾਰਨ ਕਰੋ ਜੀ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਮਹਾਰਾਜ ਸਾਹਿਬ ਜੀ ਦੇ ਸੱਚੇ ਪਾਤਸ਼ਾਹ ਜੀ ਪਵਿੱਤਰ ਕਥਾ ਆਪ ਜੀ ਬੜੇ ਹੀ ਪ੍ਰੇਮ ਦੇ ਨਾਲ ਸਰਵਣ ਕਰ ਰਹੇ ਹੋ। ਗੁਰੂ ਘਰ ਦਾ ਇਤਿਹਾਸ ਸੁੱਖ ਦੇਣ ਵਾਲਾ ਹੈ, ਸਿੱਖਿਆ ਦੇਣ ਵਾਲਾ ਹੈ, ਬਹੁਤ ਕੁਝ ਇਹਦੇ ਵਿੱਚੋਂ ਪ੍ਰਾਪਤ ਹੁੰਦਾ ਹੈ। ਸਾਧ ਸੰਗਤ ਜੀ, ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬੜੇ ਹੀ ਕੌਤਕ ਆਪ ਜੀ ਸਰਵਣ ਕਰ ਚੁੱਕੇ ਹੋ। ਆਪ ਜੀ ਨੇ ਕੱਲ੍ਹ ਸਰਵਣ ਕੀਤਾ, ਮਹਾਰਾਜ ਸੱਚੇ ਪਾਤਸ਼ਾਹ ਕਾਂਗੜਪੁਰ ਸੱਜੇ। ਅਚਾਨਕ ਹੀ ਗੁਰੂ ਜੀ ਨੇ ਸ਼ਿਕਾਰ 'ਤੇ ਜਾਣ ਦਾ ਪ੍ਰੋਗਰਾਮ ਬਣਾਇਆ ਜੀ। ਅੱਜ ਸ਼ਿਕਾਰ 'ਤੇ ਜਾਣਾ,
ਸੱਚੇ ਪਾਤਸ਼ਾਹ ਜੀ ਮਹਾਰਾਜ ਸ਼ਿਕਾਰ ਤੇ ਗਏ। ਆਮ ਬੰਦਾ ਤੇ ਸ਼ਿਕਾਰ ਸੁਣ ਕੇ ਹੀ ਸ਼ੰਕਾਲੂ ਹੋ ਜਾਂਦਾ। ਗੱਜ ਕੇ ਆਖੋ ਵਾਹਿਗੁਰੂ, ਗੱਜ ਕੇ ਆਖੋ ਜੀ ਵਾਹਿਗੁਰੂ। ਸੰਗਤ ਜੀ, ਮਨੁੱਖ ਦਾ ਮਨ ਬਹੁਤ ਜ਼ਿਆਦਾ ਸੂਖਮ ਬਿਰਤੀ ਰੱਖਦਾ ਜੀ ਇਹਨਾਂ ਕੰਮਾਂ ਦੇ ਵਿੱਚ ਜੀ। ਕਿਤੇ ਨਾ ਕਿਤੇ ਸ਼ੰਕਾ ਕਰਨ ਵਾਲਾ, ਤਰਕ ਕਰਨ ਵਾਲਾ ਪੁਆਇੰਟ ਲੱਭ ਹੀ ਲੈਂਦਾ ਜੀ ਮਨ ਜੀ। ਹਾਂਜੀ, ਸ਼ੰਕਾ ਗੁਰੂ ਸਾਹਿਬ ਉੱਤੇ ਵੀ ਕਰ ਲੈਂਦੇ ਜੀ। ਲਓ ਜੀ ਸ਼ਿਕਾਰ। ਪਰ ਕੱਲ ਦਾ ਜਿੰਨਾ ਪ੍ਰਸੰਗ ਸੁਣਿਆ ਉਹਨਾਂ ਨੂੰ ਪਤਾ ਲੱਗ ਗਿਆ ਗੁਰੂ ਕਾ ਸ਼ਿਕਾਰ ਕੀਤਾ ਹੋਇਆ ਜੀਵਾਂ ਨੂੰ ਮਾਰਦਾ ਨਹੀਂ, ਬਲਕਿ ਜੀਵਾਂ ਦਾ ਭਲਾ ਕਰਦਾ ਹੈ। ਧੰਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੰਗਲ ਵਿੱਚ ਇੱਕ ਥਾਂ ਸੱਜ ਕੇ, ਰੁੱਖ ਦੇ ਹੇਠਾਂ ਬੈਠ ਕੇ ਸੱਜ ਕੇ, ਗੁਰੂ ਕੀਆਂ ਸਿੱਖ ਸੂਰਮੇ ਇੱਕ ਪਾਸੇ ਸੱਜ ਗਏ ਜੀ, ਔਰ ਰਾਏ ਜੋਧ ਇੱਕ ਪਾਸੇ ਲਾਗੇ ਬੈਠ ਗਿਆ ਜੀ। ਸੱਚੇ ਪਾਤਸ਼ਾਹ ਜੀ ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸੱਜੇ ਨੇ। ਅਚਾਨਕ ਹੀ ਇੱਕ ਵੱਡਾ ਅਜਗਰ ਸੱਪ ਗੁਰੂ ਜੀ ਦੇ ਸਾਹਮਣੇ ਆ ਗਿਆ ਜੀ। ਆਪ ਜੀ ਨੇ ਵੇਖਿਆ, ਸੁਣਿਆ, ਬੜਾ ਰਿੜਦਾ ਬੜਾ ਦੁਖੀ ਹੋਇਆ ਉਹ ਗੁਰੂ ਜੀ ਦੇ ਕੋਲ ਆ ਰਿਹਾ। ਸੂਰਮੇ ਉਹਨੂੰ ਮਾਰਨ ਗਏ। ਮਹਾਰਾਜ ਨੇ ਇਸ ਤਰ੍ਹਾਂ ਹੱਥ ਕਰਕੇ ਆਖਿਆ ਵੀ ਮਾਰੋ ਨਾ ਇਹਨੂੰ। ਗੱਜ ਕੇ ਆਖੋ ਵਾਹਿਗੁਰੂ, ਵਾਹਿਗੁਰੂ। ਇਸ ਸੱਪ ਨੂੰ ਸਾਡੇ ਬੰਨੇ ਆਉਣ ਲੈਣ ਦਿਓ। ਕਹਿਣ ਲੱਗੇ ਇਹਨੂੰ ਆਉਣ ਦਿਓ ਸਾਡੇ ਪਾਸੇ ਜੀ। ਉਹ ਸੱਪ ਮਹਾਰਾਜ ਸੱਚੇ ਪਾਤਸ਼ਾਹ ਦੇ ਸਾਹਮਣੇ ਆਇਆ। ਸਾਹਮਣੇ ਆ ਕੇ ਚਰਨਾਂ ਵਾਲੇ ਪਾਸੇ ਲੰਮੇ ਪੈ ਗਿਆ ਜੀ। ਸਿਰੀ ਆਪਣੀ ਮਹਾਰਾਜ ਦੇ ਚਰਨਾਂ ਵਾਲੇ ਪਾਸੇ ਕਰਤੀ। ਗੁਰੂ ਜੀ ਨੇ ਆਪਣੇ ਸੱਜਾ ਜੋੜੇ ਵਿੱਚੋਂ ਸੱਜਾ ਚਰਨ ਕੱਢਿਆ ਜੀ, ਤੇ ਚਰਨ ਦਾ ਅੰਗੂਠਾ ਜਿਹੜਾ ਸੀ, ਕੇਵਲ ਅੰਗੂਠਾ ਜੀ, ਪੂਰਾ ਚਰਨ ਨਹੀਂ। ਅੱਜ ਕਿ ਆਖੋ ਵਾਹਿਗੁਰੂ, ਵਾਹਿਗੁਰੂ। ਸੱਚੇ ਪਾਤਸ਼ਾਹ ਨੇ ਆਪਣੇ ਸੱਜੇ ਚਰਨ ਦਾ ਅੰਗੂਠਾ ਮਹਾਰਾਜ ਨੇ ਉਸ ਸੱਪ ਦੇ ਸਿਰ ਨੂੰ ਛੁਆਇਆ ਜੀ। ਸੱਪ ਉਸੇ ਵੇਲੇ ਮਰ ਗਿਆ ਜੀ। ਗੁਰੂ ਕੇ ਸਿੱਖ ਇਹ ਕੌਤਕ ਵੇਖ ਕੇ ਹੈਰਾਨ ਹੋਏ। ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਪੁੱਛਿਆ, ਮਹਾਰਾਜ ਇਹ ਕੀ ਚੱਕਰ ਹੈ? ਗੱਜ ਕੇ ਆਖੋ ਵਾਹਿਗੁਰੂ। ਬੜੀ ਬੇਨਤੀ ਦੇ ਨਾਲ ਉਹਨਾਂ ਨੇ ਪੁੱਛਿਆ ਜੀ, ਬੜੀ ਬੇਨਤੀ ਨਾਲ। ਕਿਉਂ? ਗੁਰੂ ਜੀ ਨੂੰ ਪੁੱਛਣ ਦੀ ਤੇ ਦੱਸਣ ਦੀ ਕਿਸੇ ਸਿੱਖ ਨੂੰ ਹਿੰਮਤ ਨਹੀਂ ਹੁੰਦੀ ਜੀ। ਕੋਈ ਮਹਾਰਾਜ ਨੂੰ ਸਵਾਲ ਕਰੇ ਜੀ ਕਿਸੇ ਗੱਲ ਦਾ। ਫਿਰ ਵੀ ਬੜਾ ਡਰਦਿਆਂ ਆਖਿਆ, ਮਹਾਰਾਜ ਇਹਦੇ ਬਾਰੇ ਵੀ ਦੱਸੋ। ਸੱਚੇ ਪਾਤਸ਼ਾਹ ਮਹਾਰਾਜ ਨੇ ਦੱਸਿਆ, ਭਾਈ ਇਹ ਪਹਿਲੇ ਜਨਮ ਦਾ ਬੜਾ ਵੱਡਾ ਮਹੰਤ ਸੀ। ਕਹਿਣ ਲੱਗੇ ਬੜੇ ਲੋਕ ਇਹਨੂੰ ਮੰਨਦੇ ਸਨ, ਇਹਦੀ ਪੂਜਾ ਹੁੰਦੀ ਸੀ, ਪਰ ਪੂਜਾ ਕਰਾਉਣ ਦੇ ਚੱਕਰ ਵਿੱਚ ਇਹਦੇ ਜਿੱਥੇ ਚੇਲੇ ਵੀ ਬੜੇ ਉੱਥੇ ਨਾ ਇਹਨੇ ਸ਼ੁਭ ਕੰਮ ਕੀਤਾ ਤੇ ਨਾ ਆਪ ਵਾਹਿਗੁਰੂ ਜੀ ਦਾ ਨਾਮ ਜਪਿਆ ਹੀ ਇਹਨੇ ਜੀ। ਗੱਜ ਕੇ ਆਖੋ ਵਾਹਿਗੁਰੂ, ਵਾਹਿਗੁਰੂ। ਫਿਰ ਆਖੋ ਜੀ ਵਾਹਿਗੁਰੂ। ਸਾਧ ਸੰਗਤ ਜੀ, ਨਾ ਇਹਨੇ ਨਾਮ ਜਪਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਉਹਦਾ ਦੁੱਖ ਇਹਨੂੰ ਹੁਣ ਭੋਗਣਾ ਪੈ ਰਿਹਾ। ਕਹਿਣ ਲੱਗੇ ਇਹਦੇ ਸਰੀਰ ਦੇ ਅੱਗੇ ਹੋ ਕੇ ਵੇਖੋ, ਇਹਦੇ ਸਰੀਰ 'ਚ ਕੀੜੇ ਚੱਲ ਰਹੇ ਜੀ। ਗੁਰਮੁਖੋ, ਹਜ਼ੂਰ ਸੱਚੇ ਪਾਤਸ਼ਾਹ ਨੂੰ ਸਭ ਪਤਾ ਵੀ ਕੌਣ ਕੀ ਕਰਦਾ ਜੀ। ਹੁਣ ਉਹਦਾ ਸਰੀਰ ਦੂਰ ਸੀ, ਪਰ ਮਹਾਰਾਜ ਨੇ ਦੱਸਤਾ ਵੀ ਇਹਦੇ ਸਰੀਰ ਦੇ ਅੰਦਰ ਕੀੜੇ ਚੱਲਣ ਦਏ ਜੀ। ਹਾਂਜੀ, ਉਹਨਾਂ ਕੀੜਿਆਂ ਦੇ ਅੰਦਰ ਵੀ ਜਾਨ ਹੈ ਜੀ, ਰੂਹ ਹੈ ਜੀ। ਮਹਾਰਾਜ ਨੇ ਦੱਸ ਦਿੱਤਾ ਵੀ ਇਹਨਾਂ ਅੰਦਰ ਕਿਹਦੀ ਰੂਹ ਹੈਗੀ ਜੀ। ਮਹਾਰਾਜ ਕਹਿਣ ਲੱਗੇ, ਭਾਈ ਸਿੱਖੋ, ਇਹ ਕੀੜੇ ਦੇ ਚੇਲੇ ਨੇ। ਕਹਿਣ ਲੱਗੇ ਪਿਛਲੇ ਜਨਮ ਦੇ। ਇਹਨੇ ਇਹਨਾਂ ਕੋਲੋਂ ਮਾਇਆ ਲਈ ਤੇ ਮਾਇਆ ਲੈ ਕੇ ਉਹਨਾਂ ਦਾ ਭਲਾ ਨਹੀਂ ਕੀਤਾ। ਨਾ ਆਪ ਹੀ ਵਾਹਿਗੁਰੂ ਜੀ ਦਾ ਨਾਮ ਜਪਿਆ ਤੇ ਨਾ ਹੀ ਇਹਨੇ ਆਪਣੇ ਚੇਲਿਆਂ ਨੂੰ ਉਪਦੇਸ਼ ਦਿੱਤਾ। ਆਪ ਵੀ ਡੁੱਬ ਗਿਆ ਤੇ ਆਪਣੇ ਚੇਲਿਆਂ ਨੂੰ ਵੀ ਡੋਬ ਦਿੱਤਾ ਜੀ। ਗੱਜ ਕੇ ਆਖੋ ਵਾਹਿਗੁਰੂ। ਗੁਰਮੁਖੋ, ਕੱਚਿਆਂ ਕੋਲ ਜਾਣ ਵਾਲੇ ਕੱਚੇ ਆਪ ਵੀ ਡੁੱਬਦੇ ਜੀ। ਜਿਹੜਾ ਉਹਨਾਂ ਦੀ ਸੰਗਤ ਕਰ ਲੇ ਉਹ ਵੀ ਡੁੱਬ ਜਾਂਦਾ ਜੀ। ਤਰਦੇ ਕੌਣ ਜੀ? ਉਹ ਤਰਦੇ ਜਿਹੜੇ ਪੂਰਿਆਂ ਦੀ ਸੰਗਤ ਕਰਨ। ਗੁਰੂ ਜੀ ਆਪ ਮੁਕਤ ਕਰੈ ਸੰਸਾਰ। ਆਪ ਮੁਕਤ ਨੇ, ਸਾਰੇ ਸੰਸਾਰ ਨੂੰ ਮੁਕਤ ਕਰਨ ਵਾਲੇ। ਤੁਸੀਂ ਸੁਖਮਨੀ ਸਾਹਿਬ ਪੜ੍ਹਦੇ ਹੋ, ਮਹਾਰਾਜ ਜੀ ਦੀ ਬਾਣੀ ਦੇ ਨਾਲ ਜੁੜੇ ਹੋ, ਬੜੇ ਪਿਆਰ ਨਾਲ ਆਖੋ, ਆਪ ਮੁਕਤ ਕਰੇ ਸੰਸਾਰ। ਜਿਹੜਾ ਪੂਰਾ ਸਤਿਗੁਰੂ ਹਨ ਉਹ ਆਪ ਤੇ ਮੁਕਤ ਨੇ। ਪੂਰੇ ਸਤਿਗੁਰੂ ਦੇ ਜਿਹੜਾ ਦਰਸ਼ਨ ਕਰੇਗਾ ਉਹ ਵੀ ਮੁਕਤ ਹੋ ਜਾਏਗਾ ਜੀ। ਪੂਰੇ ਸਤਿਗੁਰਾਂ ਦੇ ਦਰਸ਼ਨ ਵਿੱਚ ਇੰਨਾ ਭਲਾ ਜੀ। ਦਰਸ਼ਨਾਂ ਵਿੱਚ ਪੂਰੇ ਸਤਿਗੁਰਾਂ ਦੀ ਵਡਿਆਈ ਬੜੀ ਵੱਡੀ ਹੈ ਜੀ। ਹਾਂਜੀ,
ਗੁਰ ਪੂਰੇ ਕੀ ਵਡਿਆਈ, ਤਾਂ ਕੀ ਕੀਮਤ ਕਹੀ ਨਾ ਜਾਈ। ਗੱਜ ਕੇ ਆਖੋ ਵਾਹਿਗੁਰੂ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਕਹਿ ਰਹੇ ਜੀ, ਆਪਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੜ੍ਹਦੇ ਹਾਂ, ਗੁਰ ਪੂਰੇ ਕੀ ਵਡਿਆਈ, ਤਾਂ ਕੀ ਕੀਮਤ ਕਹੀ ਨਾ ਜਾਈ। ਪੂਰੇ ਗੁਰੂ ਦੀ ਵਡਿਆਈ ਕਹੀ ਨਹੀਂ ਜਾ ਸਕਦੀ ਜੀ। ਬੰਦਾ ਕਹੇਗਾ ਕੀ ਜੀ ਪੂਰੇ ਗੁਰੂ ਦੀ ਵਡਿਆਈ। ਇਸ ਕੱਲ ਵਾਲੇ ਪ੍ਰਸੰਗ ਤੋਂ ਸਾਨੂੰ ਪੂਰੇ ਗੁਰੂ ਬਾਰੇ ਵੀ ਪਤਾ ਲੱਗਦਾ ਵੀ ਪੂਰਾ ਗੁਰੂ ਕਿਸ ਤਰ੍ਹਾਂ ਦਾ ਹੁੰਦਾ ਜੀ। ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਜੇ ਇਹ ਕੀੜੇ ਆਪਣੀ ਜ਼ਿੰਦਗੀ 'ਚ ਪੂਰੇ ਗੁਰੂ ਦੀ ਸੰਗਤ ਪ੍ਰਾਪਤ ਕਰ ਲੈਂਦੇ, ਇਹਨਾਂ ਨੂੰ ਕੀੜੇ ਨਹੀਂ ਸੀ ਬਣਨਾ ਪੈਣਾ ਜੀ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਤੇ ਗੱਲ ਗੁਰਮੁਖੋ ਸੱਚੀ ਹੈ। ਜਿਹੜਾ ਜਿਹੜਾ ਆਪਣੀ ਜ਼ਿੰਦਗੀ 'ਚ ਪੂਰੇ ਗੁਰੂ ਜੀ ਦੇ ਨਾਲ ਜੁੜ ਜਾਏਗਾ, ਉਹ ਮੁਕਤ ਹੋ ਜਾਏਗਾ ਜੀ। ਕਿਤੇ ਨਾ ਕਿਤੇ ਉਹਦਾ ਭਲਾ ਹੋ ਹੀ ਜਾਏਗਾ ਜੀ। ਗੱਜ ਕੇ ਆਖੋ ਵਾਹਿਗੁਰੂ। ਮੈਂ ਅੱਗੇ ਵੀ ਬੜੀ ਵਾਰੀ ਬੇਨਤੀ ਕੀਤੀ ਹੈ ਗੁਰੂ ਪੂਰੇ ਬਾਰੇ ਜੀ। ਦਸਵੇਂ ਪਾਤਸ਼ਾਹ ਕੋਲੋਂ ਸਿੱਖਾਂ ਨੇ ਪ੍ਰਸ਼ਨ ਕੀਤਾ, ਮਹਾਰਾਜ ਤੁਹਾਡਾ ਕੋਈ ਖੰਡੇ ਬਾਟੇ ਦਾ ਅੰਮ੍ਰਿਤ ਛਕ ਲੇ, ਅੰਮ੍ਰਿਤ ਛਕ ਕੇ ਮਾੜਾ ਕੰਮ ਕਰੇ ਤੇ ਉਹਦੇ ਨਾਲ ਕੀ ਹੋਏਗਾ ਜੀ। ਮਹਾਰਾਜ ਕਹਿੰਦੇ, ਜਿਹੜਾ ਅੰਮ੍ਰਿਤ ਛਕ ਕੇ ਮਾੜੇ ਕੰਮ ਕਰੇਗਾ ਨਾ, ਉਹ ਫਿਰ ਮਨੁੱਖਾ ਜਨਮ ਹੀ ਉਹਨੂੰ ਮਿਲੇਗਾ। ਕਹਿਣ ਲੱਗੇ, ਮਹਾਰਾਜ ਜੇ ਫਿਰ ਉਹ ਮਾੜੇ ਕੰਮ ਕਰੇ, ਮਹਾਰਾਜ ਕਹਿੰਦੇ ਫਿਰ ਮਨੁੱਖਾ ਸਰੀਰ ਮਿਲੇਗਾ, ਸਿੱਖਾਂ ਘਰ ਜਨਮ ਮਿਲੇਗਾ, ਫਿਰ ਅੰਮ੍ਰਿਤ ਛਕ ਲੇਗਾ। ਮਹਾਰਾਜ ਫਿਰ ਮਾੜੇ ਕੰਮ ਕਰੇ, ਮਹਾਰਾਜ ਕਹਿੰਦੇ ਫਿਰ ਮਨੁੱਖਾਂ ਵਾਲਾ ਸਰੀਰ ਮਿਲੇਗਾ ਤੇ ਸਿੱਖ ਪਰਿਵਾਰ ਵਿੱਚ ਜਨਮ ਹੋ ਜਾਏਗਾ। ਉਹ ਸਿੱਖ ਕਹਿਣ ਲੱਗੇ, ਮਹਾਰਾਜ ਕਿੰਨਾ ਕੁ ਚਿਰ ਤੱਕ ਏਦਾਂ ਹੁੰਦਾ ਰਹੇਗਾ। ਅੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਪੂਰੇ ਗੁਰੂ ਦੀ ਵਡਿਆਈ ਵੇਖੋ। ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਇੱਕ ਵਾਰ ਜਿਹਦੇ ਸਰੀਰ ਦੇ ਅੰਦਰ ਅੰਮ੍ਰਿਤ ਦੀਆਂ ਘੁੱਟਾਂ ਚਲੇ ਗਈਆਂ, ਉਹਨੂੰ ਮੁਕਤੀ ਕਰਕੇ ਛੱਡਾਂਗੇ। ਕਹਿਣ ਲੱਗੇ, ਭਾਵੇਂ ਜਿੰਨੇ ਮਰਜ਼ੀ ਉਹ ਜਨਮ ਲਈ ਜਾਵੇ, ਕਹਿਣ ਲੱਗੇ ਉਹਨੂੰ ਮੁਕਤ ਕਰਕੇ ਰੱਖਾਂਗੇ ਜੀ। ਇਹ ਪੂਰੇ ਗੁਰੂ ਦੀ ਵਡਿਆਈ। ਅਧੂਰਾ ਆਪ ਵੀ ਸੱਪ ਬਣ ਕੇ ਬੈਠਾ ਜੀ, ਤੇ ਅਧੂਰੇ ਦੇ ਚੇਲੇ ਕੀੜੇ ਬਣ ਕੇ ਉਹਨੂੰ ਹੀ ਖਾ ਰਹੇ ਜੀ। ਹਾਂਜੀ, ਜ਼ਿੰਦਗੀ 'ਚ ਸ਼ੁਕਰ ਕਰਨਾ ਚਾਹੀਦਾ, ਸਾਨੂੰ ਪੂਰੇ ਸਤਿਗੁਰੂ ਜੀ ਦੀ ਸਾਧ ਸੰਗਤ ਦੀ ਸੰਗਤ ਮਿਲੀ ਹੈ। ਪੂਰੇ ਸਤਿਗੁਰੂ ਜੀ ਸਾਨੂੰ ਵਿਰਾਸਤ ਵਿੱਚ ਮਿਲੇ ਨੇ। ਦੋਵੇਂ ਹੱਥ ਜੋੜ ਕੇ ਗੱਜ ਕੇ ਆਖੋ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਓ ਇੱਕ ਪੰਕਤੀ ਪੜ੍ਹ ਦਈਏ ਬੋਲ ਕੇ ਸਾਰੇ, ਗੁਰੂ ਸਾਹਿਬ ਜੀ ਨੂੰ ਸਮਰਪਿਤ, ਫਿਰ ਆਪਾਂ ਕਥਾ ਵਾਲੇ ਪਾਸੇ ਆਵਾਂਗੇ। ਇਸ ਤਰੀਕੇ ਦੇ ਨਾਲ ਗੁਰੂ ਜੀ ਨੇ ਉਸ ਸੱਪ ਦਾ ਪ੍ਰਸੰਗ ਸੁਣਾਇਆ। ਸਿੱਖਾਂ ਹੱਥ ਜੋੜ ਕੇ ਆਖਿਆ, ਮਹਾਰਾਜ ਸ਼ੁਕਰ ਹੈ ਸਾਨੂੰ ਜ਼ਿੰਦਗੀ 'ਚ ਪੂਰੇ ਗੁਰੂ ਦੀ ਸੰਗਤ ਮਿਲੀ ਹੈ। ਮਹਾਰਾਜ ਇਹੋ ਹੀ ਬੜਾ ਸ਼ੁਕਰ ਹੈ। ਆਪਾਂ ਵੀ ਆਖੀਏ, ਸਤਿਗੁਰ ਮੇਰਾ ਪੂਰਾ, 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 ਸਤਿਗੁਰ ਮੇਰਾ ਪੂਰਾ। ਗੁਰ ਪੂਰੇ ਕੀ ਵਡਿਆਈ, ਤਾਂ ਕੀ ਕੀਮਤ ਕਹੀ ਨਾ ਜਾਈ। ਸੋ ਸਾਧ ਸੰਗਤ ਜੀ, ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿਣ ਨੂੰ ਤੇ ਸ਼ਿਕਾਰ ਕਰਨ ਦੇ, ਪਰ ਜੀਵਾਂ ਦਾ ਭਲਾ ਕਰ ਰਹੇ ਜੀ। ਟੇਢੀਆਂ ਮੇਢੀਆਂ ਜੂਨਾਂ ਵਿੱਚ ਫਸੇ ਹੋਏ ਬੰਦਿਆਂ ਨੂੰ ਬਾਹਰ ਕੱਢਣ ਦੇ ਜੀ। ਬੜੇ ਟੇਢੀਆਂ ਮੇਢੀਆਂ ਜੂਨਾਂ 'ਚ ਫਸੇ ਸਨ। ਗੁਰਮੁਖੋ, ਸ਼ਿਕਾਰ ਕਰਦਿਆਂ ਜਿਹਨੂੰ ਜਿਹਨੂੰ ਤੀਰ ਵੱਜਿਆ ਉਹਦਾ ਭਲਾ ਹੋ ਗਿਆ ਜੀ। ਉਹਦਾ ਜੰਮਣ ਤੇ ਮਰਨ ਸੱਚੇ ਪਾਤਸ਼ਾਹ ਨੇ ਕੱਟ ਦਿੱਤਾ ਜੀ, ਜੰਮਣ ਮਰਨ ਕੱਟ ਦਿੱਤਾ ਜੀ। ਹਾਂਜੀ, ਮੈਂ ਅੱਗੇ ਵੀ ਬੇਨਤੀ ਕੀਤੀ ਹੈ, ਦਸਵੇਂ ਪਾਤਸ਼ਾਹ ਇੱਕ ਦਿਨ ਚੱਲੇ ਜਾ ਰਹੇ ਸਨ ਜੀ। ਦਸਵੇਂ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਤੁਰੇ ਜਾਣ ਤੇ ਰੁੱਖ ਤੇ ਇੱਕ ਕਾਂ ਬੈਠਾ ਜੀ। ਮਹਾਰਾਜ ਕਹਿੰਦੇ, ਦਇਆ ਸਿੰਘ ਜੀ ਇਸ ਕਾਂ ਰੁੱਖ ਤੇ ਚੜੋ ਤੇ ਕਾਂ ਦੀ ਨੂੰ ਮਰੋੜ ਕੇ ਸੁੱਟ ਦਿਓ ਥੱਲੇ। ਕਹਿਣ ਲੱਗੇ, ਤੁਹਾਨੂੰ ਕੁਛ ਨਹੀਂ ਕਹੇਗਾ। ਭਾਈ ਦਇਆ ਸਿੰਘ ਜੀ ਨੇ ਇਸੇ ਤਰ੍ਹਾਂ ਕੀਤਾ ਜੀ। ਕਾਂ ਨੂੰ ਫੜਿਆ, ਮਰੋੜ ਕੇ ਸੁੱਟ ਦਿੱਤਾ ਜੀ ਇੱਕ ਪਾਸੇ। ਕਾਂ ਗਿਆ ਮਰ ਜੀ। ਸਿੱਖ ਬੇਨਤੀ ਕਰਨ ਲੱਗੇ, ਮਹਾਰਾਜ ਇਹ ਕੀ ਚੋਜ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਭਾਈ
ਇਹ ਪਹਿਲਾਂ ਸਾਡਾ ਹੀ ਸਿੱਖ ਸੀ ਕਹਿਣ ਲੱਗੇ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਗੁਰੂ ਘਰ ਵਿੱਚ ਬੜੀ ਸੇਵਾ ਕਰਦਾ ਸੀ, ਕਸੂਰ ਇੱਕ ਸੀ ਇਹਦੇ ਅੰਦਰ ਕਹਿਣ ਲੱਗੇ। ਮਹਾਰਾਜ ਕੀ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਇਹਦੀ ਬੋਲੀ ਬਹੁਤ ਮਾੜੀ ਸੀ ਕਹਿਣ ਲੱਗੇ। ਬੜਾ ਮਾੜਾ ਬੋਲਦਾ ਹੁੰਦਾ ਸੀ ਕਹਿਣ ਲੱਗੇ। ਕੰਮ ਕੀ ਇਹਦਾ ਹੁੰਦਾ ਸੀ? ਲੰਗਰ ਵਰਤਾਉਣ ਦਾ ਕੰਮ ਹੁੰਦਾ ਸੀ ਕਹਿਣ ਲੱਗੇ। ਇਹਨੇ ਲੰਗਰ ਵਰਤਾਉਣਾ ਹੁੰਦਾ ਸੀ ਸੰਗਤ ਵਿੱਚ, ਤੇ ਜਦੋਂ ਵੀ ਕੋਈ ਆ ਜਾਣਾ ਤੇ ਇਹਨੇ ਬੁਰਾ ਹੀ ਬੋਲਣਾ ਜੀ, ਬੁਰਾ ਹੀ ਬੋਲਣਾ। ਗੁਰੂ ਕਾ ਸਿੱਖ ਪ੍ਰਸ਼ਾਦਾ ਛਕਣ ਵਾਸਤੇ ਲੰਗਰ 'ਚ ਬੈਠ ਗਿਆ, 2 ਵਾਰ ਉਹਨੇ ਪ੍ਰਸ਼ਾਦਾ ਮੰਗ ਲਿਆ, ਇਹਨੇ ਉਹਨੂੰ ਦਬਕੇ ਮਾਰੇ ਕਹਿਣ ਲੱਗਾ। ਬੜਾ ਮਾੜਾ ਬੋਲਿਆ। ਆ ਜਾਂਦੇ ਇੱਥੇ ਆਡਾ ਸਿਰ ਖਾਣ, ਉਹਨੂੰ ਕਹਿੰਦਾ ਚੁੱਪ ਕਰ ਜਾ, ਤੂੰ ਕੀ ਕਾਂ ਦੀ ਤਰ੍ਹਾਂ ਕਾਂ ਕਾਂ ਲਾਈ ਹੈ। ਹਾਂਜੀ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਿੱਖੋ, ਜਿਹਨੂੰ ਇਹਨੇ ਇਹੋ ਜਿਹਾ ਬਚਨ ਕੀਤਾ ਸੀ ਨਾ, ਉਹ ਜੁੜਿਆ ਹੋਇਆ ਸੀ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਉਹ ਅੰਦਰੋਂ ਜੁੜਿਆ ਹੋਇਆ ਸੀ। ਉਹਨੇ ਕਿਹਾ ਵੀ ਕਾਂ ਮੈਂ ਤਾਂ ਨਹੀਂ ਹੈਗਾ, ਹੁਣ ਕਾਂ ਤੂੰ ਹੀ ਬਣੇਗਾ ਜੀ। ਉਹਨੇ ਆਖਤਾ ਉਹ ਹੁਣ ਇਹ ਹਿਸਾਬ ਕਿਤਾਬ ਕਹਿੰਦੇ ਪੂਰਾ ਹੋ ਰਿਹਾ ਕਹਿਣ ਲੱਗੇ। ਹਾਂਜੀ, ਇਸ ਤਰੀਕੇ ਨਾਲ ਗੁਰੂ ਜੀ ਭਲਾਈ ਕਰਦੇ ਜੀ ਬੰਦੇ ਦਾ। ਗਲਤੀ ਮਲਤੀ ਵੀ ਹੋ ਜੇ ਨਾ ਜੀ, ਕਿਤੇ ਗਲਤੀ ਵੀ ਹੋ ਜੇ ਤੇ ਸੱਚੇ ਪਾਤਸ਼ਾਹ ਭਲਾਈ ਕਰਦੇ ਜੀ। ਕਿਉਂ? ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਗੁਰੂ ਜੀ ਸਾਰਿਆਂ ਦਾ ਭਲਾ ਹੀ ਕਰਦੇ ਨੇ, ਭਲਾ ਹੀ ਕਰਦੇ ਨੇ। ਹੁਣ ਇਹਦੇ ਤੋਂ ਅੱਗੇ ਇਤਿਹਾਸ ਸਰਵਣ ਕਰੋ। ਮਹਾਰਾਜ ਸੱਚੇ ਪਾਤਸ਼ਾਹ ਜੰਗਲ ਵਿੱਚ ਕੁਝ ਸਮਾਂ ਵਿਚਰੇ, ਉਥੋਂ ਹੱਡੀਆਂ ਨਿਕਲੀਆਂ ਜੀ ਜੰਗਲ ਵਿੱਚੋਂ। ਜਦੋਂ ਹੱਡੀਆਂ ਨਿਕਲੀਆਂ, ਸੱਚੇ ਪਾਤਸ਼ਾਹ ਮਹਾਰਾਜ ਨੇ ਦੱਸਿਆ ਭਾਈ ਇਸ ਥਾਂ ਤੇ ਕਿਸੇ ਵੇਲੇ ਕਾਲ ਪੈ ਚੁੱਕਾ ਸੀਗਾ। ਉਹ ਭੁੱਖੇ ਧਿਆਏ ਜਿਹੜੇ ਬੰਦੇ ਮਰੇ, ਉਹਨਾਂ ਦੀਆਂ ਇਹ ਹੱਡੀਆਂ, ਉਹਨਾਂ ਦਾ ਵੀ ਭਲਾ ਕੀਤਾ ਜੀ ਸੱਚੇ ਪਾਤਸ਼ਾਹ ਨੇ। ਹਾਂਜੀ, ਹੁਣ ਮਹਾਰਾਜ ਸੱਚੇ ਪਾਤਸ਼ਾਹ ਕੀ ਕਰ ਰਹੇ ਜੀ ਅੱਗੋਂ, ਉਹ ਆਪਾਂ ਬੜੇ ਪਿਆਰ ਦੇ ਨਾਲ ਸੁਣੀਏ। ਸਭ ਸੰਗਤ ਦੋਵੇਂ ਹੱਥ ਜੋੜ ਕੇ ਪਿਆਰ ਦੇ ਨਾਲ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਪ੍ਰੇਮ ਸਹਿਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਫੇਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਉੱਤਰ ਪਰੇ ਪੁਰ ਕਾਂਗੜ ਕੈ ਢਿਗ, ਕਿਰਪਾ ਜੋਧ ਪਰ ਧਰਤ ਬਿਲੰਦ। ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਹੁਣ ਮੁੜ ਸ਼ਿਕਾਰ ਤੋਂ ਕਾਂਗੜਪੁਰ ਆ ਕੇ ਸੱਜ ਗਏ। ਹਾਂਜੀ, ਮਿਲਿਓ ਰਹੇ ਨਿਸ ਦਿਨ ਸੁਖ ਪਾਵੈ, ਕਰਤ ਵਾਰਤਾਲਾਪ ਆਨੰਦ। ਰਾਏ ਜੋਧ ਕਦੀ ਕਦੀ ਸੱਚੇ ਪਾਤਸ਼ਾਹ ਦੇ ਕੋਲ, ਵਾਹਿਗੁਰੂ ਕਦੀ ਨਹੀਂ, ਹਰ ਰੋਜ਼ ਹੀ ਦਿਨ ਰਾਤ ਹੀ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਰਹਿ ਕੇ ਖੁਸ਼ੀਆਂ ਤੇ ਆਨੰਦ ਪ੍ਰਾਪਤ ਕਰ ਰਿਹਾ ਜੀ। ਇੱਕ ਦਿਨ ਫਿਰ ਰਾਏ ਜੋਧ ਦੀ ਪਤਨੀ ਨੇ ਰਾਏ ਜੋਧ ਨੂੰ ਆਖਿਆ, ਰਾਜਾ ਜੀ ਇੰਨਾ ਚਿਰ ਹੋ ਗਿਆ ਸੱਚੇ ਪਾਤਸ਼ਾਹ ਸਾਡੇ ਸ਼ਹਿਰ ਵਿੱਚ ਆਏ ਨੇ, ਬਾਹਰ ਉਹਨਾਂ ਨੇ ਪੜਾਅ ਕੀਤਾ। ਇਹ ਵੀ ਮਰਜ਼ਾਦਾ ਮੈਂ ਆਪ ਜੀ ਨੂੰ ਦੱਸ ਦਿਆਂ, ਗੁਰੂ ਸਾਹਿਬ ਆਪਣੇ ਸਿੱਖਾਂ ਨੂੰ ਬੜਾ ਪ੍ਰੇਮ ਕਰਦੇ ਸੀਗੇ ਜੀ। ਜਦੋਂ ਨਾਲ ਹੁੰਦੀ ਸੀ ਨਾ ਫੌਜ ਜਾਂ ਸੰਗਤ, ਮਹਾਰਾਜ ਕਿਸੇ ਦੇ ਘਰ ਜਾ ਕੇ ਨਹੀਂ ਰੁਕਦੇ ਹੁੰਦੇ। ਸੱਚੇ ਪਾਤਸ਼ਾਹ ਬਾਹਰ ਪੜਾਅ ਕਰਦੇ ਹੁੰਦੇ ਵੀ ਅਸੀਂ ਵੀ ਸੰਗਤ ਵਿੱਚ ਹੀ ਰਹਿਣਾ ਜੀ। ਗੱਜ ਕੇ ਆਖੋ ਵਾਹਿਗੁਰੂ। ਵੱਖਰਾ ਨਹੀਂ ਪੜਾਅ ਕਰਦੇ ਹੁੰਦੇ ਸੱਚੇ ਪਾਤਸ਼ਾਹ, ਕਿਤੇ ਸੰਗਤ ਦੇ ਨਾਲ ਪੜਾਅ ਕਰਨਾ ਜੀ, ਜਿੱਥੇ ਗੁਰੂ ਕੀ ਸੰਗਤ। ਧੰਨ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਰਾਣੀ ਕਹਿ ਰਹੀ ਹੈ ਵੀ ਬੜਾ ਚਿਰ ਹੋ ਗਿਆ ਰਾਜਾ ਜੀ ਮਹਾਰਾਜ ਇਸ ਸ਼ਹਿਰ ਵਿੱਚ ਆਏ ਨੇ, ਅਜੇ ਤੱਕ ਅਸੀਂ ਗੁਰੂ ਜੀ ਨੂੰ ਘਰ ਸੱਦ ਕੇ ਪ੍ਰਸ਼ਾਦਾ ਨਹੀਂ ਛਕਾਇਆ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਤੇ ਤੁਸੀਂ ਬੇਨਤੀ ਕਰੋ ਸੱਚੇ ਪਾਤਸ਼ਾਹ ਨਾਲੇ ਘਰ ਚਰਨ ਪਾਉਣ, ਨਾਲੇ ਪ੍ਰਸ਼ਾਦਾ ਛਕਣ ਮਹਾਰਾਜ। ਹਾਂਜੀ, ਹਾਥ ਜੋਰ ਕਰ ਜੋਤ ਬਖਾਨੇ, ਕਿਰਪਾ ਕਰਹੁ ਇਮ ਕਿਰਪਾ ਨਿਧਾਨ। ਰਾਏ ਜੋਧ ਉਹਨੇ ਹੱਥ ਜੋੜ ਕੇ ਬੇਨਤੀ ਕੀਤੀ, ਹੇ ਕਿਰਪਾ ਨਿਧਾਨ ਸੱਚੇ ਪਾਤਸ਼ਾਹ, ਕਿਰਪਾ ਦੇ ਖਜ਼ਾਨੇ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਆਪ ਜੀ ਦੇ ਹਜ਼ੂਰ ਬੇਨਤੀ ਕਰਨੀ ਇੱਕ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੱਸੋ। ਹਾਂਜੀ,
ਪਾਵਨ ਕੋ ਕਰ ਪਾਵਨ ਘਰ ਮਮ ਪਾਵਨ ਕਰਹੁ ਦਾਸ ਕੋ ਜਾਣ। हे ਸੱਚੇ ਪਾਤਸ਼ਾਹ, ਗਰੀਬ ਨਵਾਜ, ਬਹੁਤ ਸਮਾਂ ਹੋ ਗਿਆ ਤੁਸੀਂ ਇਸ ਸ਼ਹਿਰ ਵਿੱਚ ਆ ਕੇ ਬਾਹਰ ਵਾਲੇ ਪਾਸੇ ਪੜਾ ਕੀਤਾ ਮਹਾਰਾਜ। ਸ਼ਹਿਰ ਦਾ ਭਾਵ ਨਗਰ ਜੀ, ਉਰੋਂ ਨਗਰ ਹੁੰਦੇ ਸੀ, ਸਮੇਂ ਨਾਲ ਸ਼ਹਿਰ ਬਣਨ ਲੱਗ ਪਏ ਜੀ। ਮਹਾਰਾਜ ਇਸ ਨਗਰ ਵਿੱਚ ਆਇਆ ਆਪ ਜੀ ਨੂੰ ਬੜਾ ਹੀ ਚਿਰ ਹੋ ਗਿਆ, ਬੜਾ ਹੀ ਚਿਰ ਹੋ ਗਿਆ, ਤੇ ਮਹਾਰਾਜ ਅੱਜ ਤੱਕ ਘਰ ਚਰਨ ਨਹੀਂ ਪਏ। ਮਹਾਰਾਜ ਕਿਰਪਾ ਕਰੋ, ਆਪਣੇ ਪਵਿੱਤਰ ਚਰਨ ਘਰ ਵਿੱਚ ਪਾ ਕੇ ਸਾਡਾ ਘਰ ਪਵਿੱਤਰ ਕਰ ਦਿਓ ਸੱਚੇ ਪਾਤਸ਼ਾਹ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਜਦੋਂ ਜ਼ਿੰਦਗੀ ਵਿੱਚ ਸਮਾਂ ਮਿਲ ਜੇ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਘਰ ਆਉਣ ਤੇ ਆ ਕੇ ਗੁਰਦੁਆਰਾ ਸਾਹਿਬ, ਕੱਲਾ ਇਹ ਨਹੀਂ ਵੀ ਗ੍ਰੰਥੀ ਸਿੰਘ ਹੁਣੀ ਅਰਦਾਸ ਕਰਨ ਦੀ, ਹਾਂਜੀ ਆਪਾਂ ਵੀ ਮਨ ਹੀ ਮਨ ਵਿੱਚ ਅਰਦਾਸ ਕਰਨੀ, ਸੱਚੇ ਪਾਤਸ਼ਾਹ ਆਪਣੇ ਪਵਿੱਤਰ ਚਰਨ ਘਰ ਵਿੱਚ ਪਾ ਕੇ ਘਰ ਪਵਿੱਤਰ ਕਰ ਦਿਓ ਮਹਾਰਾਜ। ਰਾਏ ਜੋਧ ਨੇ ਆ ਕੇ ਛੇਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਦਇਆ ਕਰੋ, ਆਪਣੇ ਚਰਨ ਜਿਹੜੇ ਨੇ ਉਹ ਘਰ ਵਿੱਚ ਪਵਾਓ, ਪਾਓ, ਘਰ ਪਵਿੱਤਰ ਹੋ ਜੇ ਸੱਚੇ ਪਾਤਸ਼ਾਹ। ਹਾਂਜੀ ਅਚਹ ਹਾਰ ਆਪ ਤਹ ਬੈਠੋ। ਸੱਚੇ ਪਾਤਸ਼ਾਹ, ਮੇਰੀ ਵੀ ਇੱਛਾ ਹੈ ਤੇ ਰਾਣੀ ਦੀ ਵੀ ਇੱਛਾ, ਤੁਸੀਂ ਆਪ ਘਰ ਵਿੱਚ ਆ ਕੇ ਸੱਜੋ ਤੇ ਘਰ ਬਿਠਾ ਕੇ ਪ੍ਰਸ਼ਾਦਾ ਛਕਾਈਏ ਆਪ ਜੀ ਨੂੰ। ਹਾਂਜੀ ਪੁਨ ਚਾਹਤ ਕੀਨੋ ਪ੍ਰਸਥਾਨ। ਹੇ ਸੱਚੇ ਪਾਤਸ਼ਾਹ, ਤੁਸੀਂ ਬਚਨ ਕਰਨ ਦੇ ਵੀ ਅਸੀਂ ਇੱਥੋਂ ਛੇਤੀ ਚਲੇ ਜਾਣਾ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਹੁਣ ਤਿਆਰੀਆਂ ਕਰਨ ਦੇ ਸਨ ਵੀ ਹੁਣ ਕਾਂਗੜਪੁਰੋਂ ਚੱਲੀਏ ਭਾਈ, ਤੇ ਮਹਾਰਾਜ ਕਿਰਪਾ ਕਰੋ, ਪਹਿਲਾਂ ਸੱਚੇ ਪਾਤਸ਼ਾਹ ਘਰ ਵਿੱਚ ਚਰਨ ਪਾਓ। ਹਾਂਜੀ ਇਹੋ ਬਲਾਖਾ ਪੂਰਨ ਕੀਜੈ ਸਰਬ ਕਲਾ ਸਮਰੱਥ ਗੁਣਵਾਨ। ਹੇ ਸੱਚੇ ਪਾਤਸ਼ਾਹ, ਗਰੀਬ ਨਵਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਆਪ ਜੀ ਗੁਣਾਂ ਦੀ ਖਾਣ ਹੋ, ਸਾਡੀ ਗਰੀਬਾਂ ਦੀ ਭਾਵਨਾ ਪੂਰੀ ਕਰੋ, ਅਸੀਂ ਤੁਹਾਡੇ ਨੌਕਰ ਹਾਂ ਸੱਚੇ ਪਾਤਸ਼ਾਹ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਇੰਨਾ ਵੱਡਾ ਰਾਜਾ ਜੀ ਕਾਂਗੜਪੁਰ ਰਿਆਸਤ ਦਾ, ਹਾਂਜੀ ਉਸ ਸਾਰੇ ਇਲਾਕੇ ਦਾ, ਤੇ ਮਹਾਰਾਜ ਅੱਗੇ ਕਿਸ ਤਰ੍ਹਾਂ ਬੇਨਤੀਆਂ ਕਰਨ ਦਿਆ। ਮਹਾਰਾਜ ਅਸੀਂ ਤੇ ਦਾਸ ਹੈਗੇ ਤੁਹਾਡੇ, ਅਸੀਂ ਤੇ ਸੇਵਕ ਹਾਂ ਸੱਚੇ ਪਾਤਸ਼ਾਹ, ਕਰੋ ਕਿਰਪਾ, ਘਰ ਵਿੱਚ ਚਰਨ ਪਾ ਕੇ ਘਰ ਪਵਿੱਤਰ ਕਰ ਦਿਓ ਮਹਾਰਾਜ। ਹਾਂਜੀ ਭੈ ਪ੍ਰੇਮ ਬਸ ਬਿਨਤੀ ਮਾਨੇ ਗੁਰੂ ਗਰੀਬ ਨਿਵਾਜ ਕਿਰਪਾਲ। ਸੱਚੇ ਪਾਤਸ਼ਾਹ ਮਹਾਰਾਜ ਨੇ ਵੇਖਿਆ ਰਾਏ ਜੋਧ ਬੜੇ ਪਿਆਰ ਨਾਲ ਬੇਨਤੀ ਕਰ ਰਿਹਾ ਜੀ। ਗੱਜ ਕੇ ਆਖੋ ਵਾਹਿਗੁਰੂ। ਗੁਰਮੁਖੋ, ਉੱਤੋਂ ਵੀ ਬੇਨਤੀ ਕੀਤੀ ਜਾਂਦੀ ਤੇ ਅੰਦਰੋਂ ਵੀ ਕੀਤੀ ਜਾਂਦੀ ਜੀ। ਹਾਂਜੀ ਕਈ ਉੱਤੋਂ ਵੀ ਕਰਦੇ, ਉੱਤੋਂ ਸਲਾਮ ਮਾਰਨੀਆਂ ਜੀ, ਹਾਂਜੀ, ਤੇ ਅੰਦਰੋਂ ਪੁੱਛਣਾ ਜੀ। ਮਹਾਰਾਜ ਨੂੰ ਪਤਾ ਲੱਗ ਗਿਆ ਵੀ ਇਹ ਅੰਦਰੋਂ ਕਹਿ ਰਿਹਾ ਜੀ, ਅੰਦਰੋਂ ਬੇਨਤੀ ਕਰ ਰਿਹਾ ਰਾਏ ਜੋਧ। ਹਾਂਜੀ ਜਦੋਂ ਅੰਦਰੋਂ ਬੇਨਤੀ ਸੁਣੀ ਸੱਚੇ ਪਾਤਸ਼ਾਹ ਨੇ, ਮਹਾਰਾਜ ਨੇ ਆਗਿਆ ਦਿੱਤੀ ਵੀ ਠੀਕ ਹੈ, ਅੱਜ ਅਸੀਂ ਤੇਰੇ ਘਰ ਆਵਾਂਗੇ ਭਾਈ। ਹਾਂਜੀ ਲੈ ਕਰ ਗਮਨਿਓ ਸਦਨ ਆਪਣੇ ਰੋਚਰਾਸਨ ਇੱਕ ਡਾਸ ਵਿਸਾਲ। ਰਾਜੇ ਨੇ ਬੜਾ ਸੋਹਣਾ ਆਸਣ ਘਰ ਵਿੱਚ ਪਹਿਲਾਂ ਹੀ ਵਿਛਾਇਆ ਸੀ, ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਆਪਣੇ ਘਰ ਵਿੱਚ ਲੈ ਕੇ ਗਿਆ। ਰਾਣੀ ਨੂੰ ਬੜਾ ਹੀ ਚਾਅ ਚੜਿਆ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਰਾਣੀ ਨੂੰ ਬੜਾ ਹੀ ਚਾਅ ਚੜਿਆ, ਅੱਜ ਸਾਡੇ ਘਰ ਸੱਚੇ ਪਾਤਸ਼ਾਹ ਮਹਾਰਾਜ ਆਏ ਨੇ, ਤੇ ਰਾਣੀ ਉਹ ਸ਼ਬਦ ਪੜ ਰਹੀ, ਬਾਣੀ ਪੜਨ ਵਾਲੀ ਹੈ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਤੇ ਰਾਣੀ ਗੁਰੂ ਕੀ ਬਾਣੀ ਦੇ ਸ਼ਬਦ ਪੜਨ ਦੀ, ਮਹਾਰਾਜ ਧੰਨ ਭਾਗ ਅੱਜ ਇਸ ਘਰ ਵਿੱਚ ਤੁਸੀਂ ਆਏ ਹੋ ਸੱਚੇ ਪਾਤਸ਼ਾਹ। ਹਾਂਜੀ ਸ਼ਬਦ ਪੜਿਆ, ਆਪ ਜੀ ਵੀ ਪੜੋ। ਧੰਨ ਧੰਨ ਹਮਾਰੇ ਭਾਗ, ਧੰਨ ਧੰਨ ਹਮਾਰੇ ਭਾਗ, ਧੰਨ ਹਮਾਰੇ ਭਾਗ, ਧੰਨ ਧੰਨ ਹਮਾਰੇ ਭਾਗ। ਰਾਣੀ ਮਹਾਰਾਜ ਦੇ ਆਉਣ ਦੀ ਖੁਸ਼ੀ ਵਿੱਚ ਗਾ ਰਹੀ ਹੈ, ਧੰਨ ਧੰਨ ਹਮਾਰੇ ਭਾਗ, ਧੰਨ ਧੰਨ ਹਮਾਰੇ ਭਾਗ, ਧੰਨ ਧੰਨ ਹਮਾਰੇ ਭਾਗ, ਧੰਨ ਧੰਨ ਹਮਾਰੇ ਭਾਗ। ਘਰ ਆਇਆ ਪਿਰ ਮੇਰਾ, ਘਰ ਆਇਆ ਪਿਰ ਮੇਰਾ, ਘਰ ਆਇਆ ਪਿਰ ਮੇਰਾ,
ਘਰ ਆਇਆ ਫਿਰ ਮੇਰਾ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਆਉਣ ਦੀ ਖੁਸ਼ੀ ਵਿੱਚ ਰਾਣੀ ਨੂੰ ਬਹੁਤਾ ਹੀ ਚਾਅ ਚੜਿਆ, ਬਹੁਤਾ ਹੀ ਚਾਅ ਚੜਿਆ। ਅੱਜ ਦਿਨ ਭਾਗਾਂ ਵਾਲਾ, ਜਿਸ ਦਿਨ ਸੱਚੇ ਪਾਤਸ਼ਾਹ ਘਰ ਵਿੱਚ ਆਏ। ਫੇਰ ਆਖੋ ਸਾਰੇ, ਧੰਨ ਧੰਨ ਹਮਾਰੇ ਭਾਗ, ਧੰਨ ਧੰਨ ਹਮਾਰੇ ਭਾਗ, ਧੰਨ ਧੰਨ ਹਮਾਰੇ ਭਾਗ, ਧੰਨ ਧੰਨ ਹਮਾਰੇ ਭਾਗ। ਘਰ ਆਇਆ ਫਿਰ ਮੇਰਾ, ਘਰ ਆਇਆ ਫਿਰ ਮੇਰਾ, ਘਰ ਆਇਆ ਫਿਰ ਮੇਰਾ, ਘਰ ਆਇਆ ਫਿਰ ਮੇਰਾ। ਰਾਣੀ ਨੇ ਬੜਾ ਹੀ ਚਾਅ ਕੀਤਾ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਮਹਿਲਾਂ ਵਿੱਚ ਆਏ। ਹਾਂਜੀ, ਕਰ ਕੋ ਜੋਰ ਬਿਠਾਵਨ ਕੀਨੇ, ਹੱਥ ਜੋੜ ਲੈ ਹੱਥ। ਹਾਂਜੀ, ਹੱਥ ਜੋੜ ਕੇ ਆਖਿਆ ਮਹਾਰਾਜ ਇਸ ਪਲੰਗੇ ਤੇ ਆਪ ਜੀ ਸੱਜੋ। ਹਾਂਜੀ, ਦੰਪਤ ਆਏ ਹਰਖਤ ਸਕਾਲ, ਦੋਵੇਂ ਹੀ ਪਤੀ ਪਤਨੀ, ਦੰਪਤ ਕਹਿੰਦੇ ਜੋੜੇ ਨੂੰ ਜੀ, ਜੋੜਾ ਪਤੀ ਪਤਨੀ ਬਹੁਤ ਹੀ ਖੁਸ਼ ਨੇ ਸੱਚੇ ਪਾਤਸ਼ਾਹ ਦੇ ਆਉਣ ਦੀ ਖੁਸ਼ੀ ਵਿੱਚ। ਹਾਂਜੀ, ਜਲ ਕਰ ਧਾਰ ਜੋਧ ਤਬ ਡਾਰਤ, ਚਰਨ ਭਾਰ ਜਾ ਭਲੇ ਤੇ ਪਖਾਲ। ਗੁਰਮੁਖੋ ਐ ਸੱਚੇ ਪਾਤਸ਼ਾਹ ਦੇ ਜਿਹੜੇ ਚਰਨ ਨੇ ਨਾ ਜੀ, ਉਹ ਥਾਲ ਵਿੱਚ ਰਖਾਏ ਜੀ ਉਹਨਾਂ ਨੇ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਇਹ ਗੱਲਾਂ ਪ੍ਰੇਮ ਦੀਆਂ ਜੀ, ਪ੍ਰੇਮ ਦੀਆਂ। ਜਿਹੜੇ ਪ੍ਰੇਮ ਕਰਦੇ ਬਹੁਤ ਕੁਝ ਪ੍ਰਾਪਤ ਕਰਦੇ ਜੀ। ਦਿਨੀਆਂ ਗੱਲਾਂ ਤੇ ਤਰਕਾਂ ਵਾਲੇ ਖਾਲੀ ਰਹਿ ਜਾਂਦੇ ਜੀ। ਰਾਏ ਜੋਧ ਮੌਕੇ ਦਾ ਰਾਜਾ ਜੀ, ਪਰ ਗੁਰੂ ਸਾਹਿਬ ਉਹਦੇ ਹਿਰਦੇ ਵਿੱਚ ਵਸ ਗਏ ਜੀ। ਥੱਲੇ ਮਹਾਰਾਜ ਦੇ ਇੱਕ ਸੋਹਣੀ ਥਾਲੀ 'ਚ ਚਰਨ ਰੱਖੇ। ਮਹਾਰਾਜ ਤੁਸੀਂ ਘਰ ਆਏ, ਹੁਣ ਇਹ ਕੰਮ ਕਿਤੇ ਕਰਨ ਲੱਗ ਪੈਣ ਤੇ ਬੜਾ ਗਲਤ ਮੰਨਿਆ ਜਾਂਦਾ ਜੀ, ਕਿਉਂਕਿ ਹੁਣ ਵਿਅਕਤੀਗਤ ਮਹਾਰਾਜ ਜੀ ਦਾ ਉਹ ਸਰੀਰ ਨਹੀਂ ਹੈ। ਗੱਜ ਕੇ ਆਖੋ ਵਾਹਿਗੁਰੂ। ਪਰ ਉਸ ਸਮੇਂ ਇਹ ਕਾਰਜ ਹੁੰਦਾ ਸੀਗਾ ਜੀ। ਹਾਂਜੀ, ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਜੀ ਦੇ ਚਰਨ ਥਾਲ 'ਚ ਰੱਖੇ ਤੇ ਰਾਜਾ ਜਲ ਪਾ ਰਿਹਾ ਤਾਰ ਨਾਲ ਜੀ, ਬੜਾ ਹੌਲੀ ਹੌਲੀ ਪਾ ਰਿਹਾ। ਰਾਣੀ ਮਹਾਰਾਜ ਜੀ ਦੇ ਚਰਨ ਸਾਫ਼ ਕਰ ਰਹੀ ਹੈ ਜੀ। ਮਹਾਰਾਜ ਮੇਰੇ ਵੱਡੇ ਭਾਗ, ਤੁਸੀਂ ਮੇਰੇ ਮਾਲਕ ਹੋ, ਤੁਸੀਂ ਮੇਰੇ ਪਿਤਾ ਹੋ। ਅੱਜ ਇਸ ਘਰ ਵਿੱਚ ਆਏ ਮਹਾਰਾਜ, ਵੱਡੇ ਭਾਗ ਹੋ ਗਏ ਸਾਡੇ। ਹਾਂਜੀ, ਚਰਨ ਅੰਮ੍ਰਿਤ ਕੋ ਪਾਣ ਕਰਿਓ ਜੋਗ, ਸੀਸ ਬਲੋਚਣ ਕੋ ਤਬ ਲਾਏ। ਗੁਰਮੁਖੋ ਦੋਵਾਂ ਨੇ ਉਹ ਚਰਨਾ ਅੰਮ੍ਰਿਤ ਛਕਿਆ, ਫਿਰ ਆਪਣੇ ਨੇਤਰਾਂ 'ਚ ਪਾਇਆ, ਮੁਖ ਤੇ ਲਾਇਆ। ਸਾਡੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਜਲ ਹੈ। ਗੱਜ ਕੇ ਆਖੋ ਵਾਹਿਗੁਰੂ। ਹੁਣ ਇਹਦੇ ਕੀ ਅਰਥ ਕਰਾਂਗੇ? ਗੁਰ ਕਾ ਦਰਸ਼ਨ ਦੇਖ ਦੇਖ ਜੀਵਾਂ, ਸਤਿਗੁਰ ਕੇ ਚਰਨ। ਹੁਣ ਕੀ ਅਰਥ ਹੋਣਗੇ ਜੀ ਇਹਦੇ? ਅਖਰੀ ਅਰਥ ਤੇ ਇਹੋ ਹੀ ਨੇ ਜੀ। ਰਾਜੇ ਤੇ ਰਾਣੀ ਨੇ ਬੜੇ ਪਿਆਰ ਨਾਲ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸੇਵਾ ਕੀਤੀ ਜੀ ਚਰਨਾਂ ਦੀ। ਹਾਂਜੀ, ਸਦਨ ਕਰਿਓ ਸ਼ਿਰਕਾਵਣ ਸਾਰੇ, ਉਹ ਚਰਨਾ ਅੰਮ੍ਰਿਤ ਜਿਹੜਾ ਬਚਿਆ ਸਾਰੇ ਘਰ ਵਿੱਚ ਛਿੱਟਾ ਦਿੱਤਾ। ਸਾਡੇ ਸੱਚੇ ਪਾਤਸ਼ਾਹ ਦਾ ਚਰਨਾ ਅੰਮ੍ਰਿਤ। ਗੁਰਮੁਖੋ ਅੱਜ ਸਿੱਖੀ ਧਾਰਨ ਕਰਨੀ ਹੋਵੇ, ਖੰਡੇ ਬਾਟੇ ਦੀ ਪੌੜ ਛਕਣੀ ਪੈਂਦੀ ਜੀ। ਅੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਉਸ ਸਮੇਂ ਸਿੱਖੀ ਜਿਹੜਾ ਚਰਨਾ ਅੰਮ੍ਰਿਤ ਛਕਦਾ ਸੀ ਨਾ, ਉਹਨੂੰ ਸਿੱਖੀ ਮਿਲਦੀ ਸੀਗੀ। ਹਾਂਜੀ, ਸਤਿਗੁਰ ਸ਼ਰਧਾ ਅਦਕ ਵਧਾਏ, ਨਾਨਾ ਬਿਦ ਕੈ ਸਵਾਦਲ ਭੋਜਨ, ਥਾਰ ਪਰੋਸ ਆਪ ਹੀ ਲਿਆਏ। ਤੇ ਗੁਰਮੁਖੋ ਦੋਵਾਂ ਨੇ ਕਈ ਪ੍ਰਕਾਰ ਦੇ ਭੋਜਨ ਪਹਿਲਾਂ ਹੀ ਤਿਆਰ ਕੀਤੇ ਸਨ। ਰਾਣੀ ਨੇ ਹੱਥੀਂ ਭੋਜਨ ਪ੍ਰਸ਼ਾਦ ਤਿਆਰ ਕੀਤਾ, ਮਹਾਰਾਜ ਜੀ ਦੇ ਹੱਥ ਸੁੱਚੇ ਕਰਾ ਕੇ। ਤੇ ਗੁਰਮੁਖੋ ਕਈ ਪ੍ਰਕਾਰ ਦਾ ਭੋਜਨ ਰਾਣੀ ਆਪ ਥਾਲ ਵਿੱਚ ਪਰੋਸ ਕੇ, ਥਾਲ ਉਤੋਂ ਢੱਕ ਕੇ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਲੈ ਕੇ ਆਈ। ਮਹਾਰਾਜ ਚੌਂਕੜਾ ਮਾਰ ਕੇ ਸੱਜ ਗਏ। ਹਾਂਜੀ, ਧਾਰਿਆ ਗਏ ਨਿਜ ਲੈ ਰੁਮਾਲ ਕਰ, ਦੰਪਤ ਠੰਡ ਅਸਨ ਚਾਏ। ਗੁਰਮੁਖੋ ਥਾਲੀ ਉਤੋਂ ਰੁਮਾਲ ਨਾਲ ਟੱਕੀ, ਥਾਲੀ ਲੈ ਕੇ ਆਏ, ਰੁਮਾਲ ਚੁੱਕਿਆ, ਹੱਥ ਸੁੱਚੇ ਪਹਿਲਾਂ ਹੀ ਕਰਾਏ ਸਨ। ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਜੀ ਹੁਣ ਪ੍ਰਸ਼ਾਦਾ ਛਕਣ ਲੱਗੇ ਜੀ। ਦੋਵੇਂ ਹੀ ਰਾਜਾ ਤੇ ਰਾਣੀ
ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਹੱਥ ਜੋੜ ਕੇ ਖਲੋਗੇ ਜੀ, ਗੱਜ ਕੇ ਆਖੋ ਵਾਹਿਗੁਰੂ। ਹੱਥ ਜੋੜ ਕੇ ਖਲੋਗੇ ਵੀ ਮਹਾਰਾਜ ਛਕਣ ਤੇ ਅਸੀਂ ਦਰਸ਼ਨ ਕਰੀਏ। ਹਾਂਜੀ। ਇਹੋ ਸਵਾਦਲ ਬਹੁ ਮਦਰ ਬਣਿਓ ਪ੍ਰਭ, ਇਹ ਬਹੁ ਤੁਰਸ ਸਵਲਨ ਪ੍ਰਕਾਰ। ਤੇ ਛਕਾਉਣ ਦੀ ਵੀ ਕਿਸੇ ਨੂੰ ਹੀ ਜਾਚ ਹੁੰਦੀ ਜੀ, ਪ੍ਰਸ਼ਾਦਾ ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਸਾਰਿਆਂ ਨੂੰ ਨਹੀਂ ਜੀ, ਕਿਸੇ ਨੂੰ ਹੀ ਜੀ। ਇਹ ਰਾਣੀ ਕਦੇ ਮਿੱਠਾ ਪ੍ਰਸ਼ਾਦ ਅੱਗੇ ਮਹਾਰਾਜ ਆ ਮਿੱਠਾ ਭੋਜਨ ਬਣਾਇਆ। ਸੱਚੇ ਪਾਤਸ਼ਾਹ ਇਹ ਨਮਕੀਨ ਵਸਤੂ ਹੈ, ਮਹਾਰਾਜ ਆਪ ਤਿਆਰ ਕੀਤੀ, ਥੋੜੀ ਜਿਹੀ ਛਕੋ ਮਹਾਰਾਜ ਜਰੂਰ ਛਕੋ। ਹਾਂਜੀ। ਹਿਮ ਕਹਿ ਕਰ ਬਹੁ ਧਰ ਧਰ ਭਾਵ। ਇਸ ਤਰੀਕੇ ਨਾਲ ਬਾਰ-ਬਾਰ ਕਹਿ ਕੇ ਰਾਣੀ ਸੱਚੇ ਪਾਤਸ਼ਾਹ ਜੀ ਨੂੰ ਹੋਰ ਛਕਾ ਰਹੀ, ਵੱਧ ਤੋਂ ਵੱਧ ਛਕਾ ਰਹੀ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਪਿਆਰ ਵਿੱਚ ਆ ਕੇ ਜੀ, ਪਿਆਰ ਵਿੱਚ ਆ ਕੇ। ਹਾਂਜੀ। ਤੇ ਹੁਣ ਵੇਖੀਦਾ ਜੀ, ਉਹ ਇੱਕ ਵਾਰ ਖੀਰ ਦੇ ਦਰਸ਼ਨ ਕਰਾਉਂਦੇ ਲੰਗਰ ਵਿੱਚ, ਦੂਜੀ ਵਾਰੀ ਨਹੀਂ ਲੈ ਕੇ ਆਉਂਦੇ ਜੀ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਦੂਜੀ ਵਾਰੀ ਨਹੀਂ ਬਾਲਟੀ ਲੈ ਕੇ ਆਉਂਦਾ ਭਾਈ। ਹਾਂਜੀ। ਦੂਜੀ ਵਾਰੀ ਨਹੀਂ ਵਿਖਾਉਂਦੇ ਚਿਹਰਾ। ਵਰਤਾਵਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ। ਰਾਣੀ ਬਾਰ-ਬਾਰ ਪੁੱਛਦੀ, ਮਹਾਰਾਜ ਆ ਵੀ ਛਕੋ, ਸੱਚੇ ਪਾਤਸ਼ਾਹ ਆ ਵੀ ਛਕੋ। ਮਹਾਰਾਜ ਇਹ ਨਮਕੀਨ ਵਾਲਾ ਪਦਾਰਥ, ਸੱਚੇ ਪਾਤਸ਼ਾਹ ਇਹ ਮਿੱਠਾ ਪਦਾਰਥ। ਹਾਂਜੀ। ਸਣੇ ਸਣੇ ਚਵਾਏ ਆਹਾਰ। ਕਰਦਿਆਂ ਉਹਨੇ ਬਹੁਤ ਕੁਝ ਸੱਚੇ ਪਾਤਸ਼ਾਹ ਨੂੰ ਛਕਾਇਆ ਜੀ, ਬਹੁਤ ਕੁਝ। ਤੇ ਗੁਰੂ ਸਾਹਿਬ ਵੀ ਪ੍ਰੇਮ ਦੇ ਬੱਝੇ ਹੋਏ, ਗੁਰੂ ਹਰਗੋਬਿੰਦ ਸਾਹਿਬ ਸਭ ਕੁਝ ਛਕੀ ਜਾ ਰਹੇ ਵੀ ਕੋਈ ਨਹੀਂ, ਰਾਣੀ ਦੀ ਸ਼ਰਧਾ ਹੋਰ ਛਕ ਲਈਏ। ਹਾਂਜੀ। ਮਹਾਰਾਜ ਆਪਰ ਅਸਨ ਸੈ, ਲੀਜੈ ਸਵਾਦ ਕਰਿਓ ਹਿਤ ਧਾਰ। ਤੇ ਰਾਣੀ ਪਤਾ ਕੀ ਕਹਿ ਰਹੀ ਹੈ, ਗੱਜ ਆਖੋ ਵਾਹਿਗੁਰੂ। ਮਹਾਰਾਜ ਆ ਨਵੇਂ ਤਰ੍ਹਾਂ ਦਾ ਭੋਜਨ ਮੈਂ ਤਿਆਰ ਕੀਤਾ, ਇਹ ਨਵੇਂ ਤਰ੍ਹਾਂ ਦਾ ਪਦਾਰਥ ਤਿਆਰ ਕੀਤਾ, ਆ ਜਰੂਰ ਛਕੋ ਸੱਚੇ ਪਾਤਸ਼ਾਹ। ਇਸ ਤਰ੍ਹਾਂ ਕਹਿ ਕੇ ਰਾਣੀ ਬਹੁਤ ਕੁਝ ਥਾਲ ਵਿੱਚ ਰੱਖ ਰਹੀ, ਆਪ ਸੱਚੇ ਪਾਤਸ਼ਾਹ ਨੂੰ ਛਕਾ ਰਹੀ ਹੈ ਜੀ। ਹਾਂਜੀ। ਹਿਮ ਕਹਿ ਨਏ ਨਏ ਧਰ ਆਗੇ, ਕਰਹਿ ਰਜਾਵਣ ਗੁਰੂ ਉਧਾਰ। ਕਹਿ ਕੇ ਬੇਨਤੀਆਂ ਕਰ ਕੇ ਰਾਣੀ ਨੇ ਕਈ ਤਰ੍ਹਾਂ ਦੇ ਪਦਾਰਥ, ਨਵੇਂ ਪਦਾਰਥ ਅੱਗੇ ਰੱਖੇ। ਗੱਜ ਕੇ ਆਖੋ ਵਾਹਿਗੁਰੂ। ਗੁਰਮੁਖੋ, ਇਹ ਨਹੀਂ ਵੀ ਗੁਰੂ ਸਾਹਿਬ ਨੇ ਕਦੀ ਕੋਈ ਪਦਾਰਥ ਨਹੀਂ ਛਕਿਆ, ਪਰ ਇੱਕ ਗੱਲ ਹੈ, ਇਹ ਸਾਰਾ ਕਾਰਜ ਸਿੱਖ ਨੇ ਆਪਣੇ ਭਲੇ ਲਈ ਕਰਨਾ ਜੀ। ਇਹ ਕੁਝ ਕੀਤਿਆਂ ਸਾਡਾ ਆਪਣਾ ਭਲਾ ਹੋਏਗਾ ਜੀ। ਮਹਾਰਾਜ ਵੀ ਸਭ ਕੁਝ ਛਕੀ ਗਏ ਜੀ ਫਿਰ। ਹਾਂਜੀ। ਤ੍ਰਿਪਤ ਭਏ ਸੁੰਦਰ ਜਲ ਸੀਤਲ, ਸਿੱਖ ਸੁਤਾ ਲੈ ਕਰਨ ਜਹਾਥ। ਗੁਰਮੁਖੋ, ਪ੍ਰਸ਼ਾਦਾ ਛਕਣ ਤੋਂ ਬਾਅਦ ਰਾਣੀ ਨੇ ਠੰਡਾ ਜਲ ਸੱਚੇ ਪਾਤਸ਼ਾਹ ਨੂੰ ਛਕਾਇਆ ਜੀ। ਮਹਾਰਾਜ ਸੱਚੇ ਪਾਤਸ਼ਾਹ ਨੇ ਠੰਡਾ ਜਲ ਛਕਿਆ। ਗੱਜ ਕੇ ਆਖੋ ਵਾਹਿਗੁਰੂ। ਹੁਣ ਇਹ ਨਾ ਹੋਵੇ ਤੁਸੀਂ ਕਥਾ 'ਚ ਇਹ ਸੁਣ ਲਿਆ ਵੀ ਠੰਡਾ ਜਲ ਛਕਿਆ ਤੇ ਉਧਰੋਂ ਪੂਰੀ ਠੰਡ ਹੋਏ ਤੇ ਤੁਸੀਂ ਘਰ ਜਾਂਦਿਆਂ ਨੂੰ ਸਾਨੂੰ ਠੰਡਾ ਪਾਣੀ ਪਿਆਓ, ਹੈ ਵੀ ਤੂੰ ਆਪ ਹੀ ਕਥਾ ਕੀਤੀ ਵੀ ਹੁਣ ਪੀ ਫਿਰ। ਅੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਇਸ ਤਰ੍ਹਾਂ ਹੋ ਜਾਂਦਾ ਜੀ। ਕਿਸੇ ਗੁਰਮੁਖ ਪਿਆਰੇ, ਰੱਬ ਦੇ ਪਿਆਰੇ ਜੀ, ਕਿਸੇ ਦੇ ਘਰ ਗਏ ਜੀ, ਮਾਈ ਗਰੀਬ ਸੀਗੀ ਜੀ, ਤੇ ਗਰਮੀਆਂ ਦੇ ਦਿਨ ਸਨ ਜੀ। ਅੱਜ ਕੇ ਆਖੋ ਵਾਹਿਗੁਰੂ। ਹਾਂਜੀ। ਤੇ ਮਾਈ ਨੇ ਬੜੇ ਪਿਆਰ ਨਾਲ ਉਹਨਾਂ ਸੰਤਾਂ ਨੂੰ ਪ੍ਰਸ਼ਾਦਾ ਛਕਾਇਆ ਜੀ। ਹਾਂਜੀ। ਠੰਡੇ ਜਲ ਨਾਲ ਹੱਥ ਛਕਾਏ, ਨਿੰਬੂ ਵਾਲਾ ਠੰਡਾ ਪਾਣੀ ਉਹਨਾਂ ਨੂੰ ਪਿਆਇਆ ਜੀ। ਠੰਡਾ ਨਿੰਬੂ ਵਾਲਾ ਪਾਣੀ ਪਿਆਇਆ, ਪ੍ਰਸ਼ਾਦਾ ਛਕਾਇਆ। ਸੰਤ ਆਸ਼ੀਰਵਾਦ ਦੇ ਗਏ ਜੀ। ਕੋਈ ਕਮਾਈ ਸੀਗੀ ਜੀ ਉਹਨਾਂ ਦੀ, ਤੇ ਉਹਦੇ ਘਰ ਵਿੱਚ ਬਰਕਤਾਂ ਆ ਗਈਆਂ ਜੀ। ਗੱਜ ਕੇ ਆਖੋ ਵਾਹਿਗੁਰੂ। ਉਹ ਗਵਾਂਢਣ ਪੁੱਛਣ ਦਈ ਵੀ ਨਹੀਂ ਤੇਰੇ ਘਰ ਕਿੱਥੋਂ ਬਰਕਤਾਂ ਆ ਗਈਆਂ ਇੰਨੀਆਂ। ਹਾਂਜੀ। ਤੇ ਫਿਰ ਉਹਦੇ ਕੋਲ ਰਿਹਾ ਨਾ ਗਿਆ, ਉਹਨੇ ਦੱਸਦਾ ਵੀ ਫਲਾਣੇ ਸੰਤ ਆਏ ਸੀ ਤੇ ਇਸ ਤਰੀਕੇ ਨਾਲ ਮੈਂ ਉਹਨਾਂ ਨੂੰ ਪ੍ਰਸ਼ਾਦਾ ਛਕਾਇਆ। ਪਹਿਲਾਂ ਠੰਡੇ ਹੱਥ ਦੇ ਨਾਲ ਉਹਨਾਂ ਦਾ ਹੱਥ ਧਵਾਏ, ਠੰਡਾ ਨਿੰਬੂ ਦਾ ਪਾਣੀ ਪਿਆਇਆ ਉਹਨਾਂ ਨੂੰ। ਪ੍ਰਸ਼ਾਦਾ ਛਕਾਉਣ ਤੋਂ ਬਾਅਦ ਠੰਡਾ ਜਲ ਛਕਾ ਕੇ ਤੇ ਠੰਡੇ ਪਾਣੀ ਨਾਲ ਹੀ ਹੱਥ ਧਵਾਏ ਉਹਨਾਂ ਦੇ। ਸੰਤ ਬੜੇ ਖੁਸ਼ ਹੋਏ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ। ਉਹ ਨਾਲ ਦੀ ਬੀਬੀ ਕਹਿਣ ਲੱਗੀ ਵੀ ਮੈਂ ਵੀ ਇਸੇ ਤਰ੍ਹਾਂ ਹੀ ਜੁਗਤ ਮਰਜ਼ਾਦਾ ਕਰਾਂਗੀ ਸਾਰੀ। ਇਹ ਤੇ ਬੜੀ ਸੋਹਣੀ ਜੁਗਤੀ ਤੂੰ ਦੱਸੀ। ਹੁਣ ਉਹਨੇ ਉਹਨਾਂ ਸੰਤਾਂ ਨੂੰ ਸੱਦਿਆ ਤੇ ਸੰਤ ਆ ਗਏ ਠੰਡ ਵਿੱਚ ਦੀ। ਗੱਜ ਕੇ ਆਖੋ ਵਾਹਿਗੁਰੂ।
ਹੁਣ ਉਹਨੇ ਰਹਿਣੀਆਂ ਹੀ ਬਰਕਤਾਂ ਜੀ। ਤੇ ਫਿਰ ਆਏ ਸੰਤ ਜੀ, ਠੰਡਾ ਪਾਣੀ ਕੱਢ ਕੇ ਲਿਆ ਕੇ ਨਾ ਜੀ ਆਖਿਆ ਵੀ ਲਓ ਸੰਤ ਜੀ ਹੱਥ ਧੋਵੋ। ਉਹ ਕਹਿਣ ਵੀ ਮੇਰਾ ਖੂਨ ਜੰਮ ਜੇਗਾ ਹੱਥਾਂ ਦਾ, ਇੰਨਾ ਠੰਡਾ ਪਾਣੀ। ਆਖਿਆ ਜੀ ਨਹੀਂ ਨਹੀਂ, ਮੈਂ ਤੇ ਠੰਡੇ ਨਾਲ ਹੀ ਧਵਾਉਣੇ ਜੀ। ਠੰਡੇ ਨਾਲ ਧਵਾਏ ਜੀ। ਫਿਰ ਨਿੰਬੂ ਵਾਲਾ ਠੰਡਾ ਪਾਣੀ ਅੱਗੇ ਲਿਆ ਰੱਖਿਆ ਜੀ। ਉਹ ਕਹਿਣ ਬੀਬਾ ਠੰਡ ਬੜੀ ਹੈ, ਕੀ ਕਰਨਾ ਹੀ ਹੈ? ਕਹਿੰਦੀ ਜੀ ਨਹੀਂ ਜੀ ਨਹੀਂ, ਮੈਂ ਤੇ ਇਹੋ ਸਾਰਾ ਕੁਝ ਕਰਨਾ, ਮੇਰੀ ਗਵਾਂਢਣ ਨੇ ਐ ਕੀਤਾ। ਗੱਜ ਕੇ ਆਖੋ ਵਾਹਿਗੁਰੂ। ਸਭ ਕੁਝ ਵੇਖ ਕੇ ਪ੍ਰਸ਼ਾਦਾ ਛਕਾਉਣਾ ਬੜੀ ਵੱਡੀ ਜ਼ਿੰਮੇਵਾਰੀ ਦੀ ਇੱਕ। ਹਾਂਜੀ, ਰਾਣੀ ਬੜੀ ਸਿਆਣੀ ਸੀਗੀ ਜੀ। ਉਹਨੇ ਮੌਸਮ ਵੇਖਿਆ, ਮੌਸਮੀ ਵਸਤੂਆਂ ਬਣਾਈਆਂ, ਬੜਾ ਹੀ ਸੁੱਖ ਦੇਣ ਵਾਲਾ ਪ੍ਰਸ਼ਾਦਾ ਉਹਨੇ ਤਿਆਰ ਕੀਤਾ ਜੀ। ਹਾਂਜੀ, ਦਿਓ ਪਾਣ ਕਰ ਬੇਕੋ ਤਿਸ ਛਿਨ, ਲੈ ਕਰ ਪੀਵਤ ਭੇ ਜਗਨਾਥ। ਸੱਚੇ ਪਾਤਸ਼ਾਹ ਮਹਾਰਾਜ ਨੇ ਠੰਡਾ ਠੰਡਾ ਜਲ ਛਕਿਆ। ਹਾਂਜੀ, ਕਰਿਓ ਚੁਰਾਇਰ ਪਾਣ ਪਖਾਰੇ, ਪ੍ਰੇਮ ਪਰਖ ਲਖ ਸ਼ਰਧਾ ਸਾਥ। ਤੇ ਚੋਲਾ ਕਰਕੇ ਹੱਥ ਧੋ ਕੇ ਮਹਾਰਾਜ ਸੱਚੇ ਪਾਤਸ਼ਾਹ ਸੱਜ ਗਏ। ਰਾਣੀ ਵੀ ਹੱਥ ਜੋੜ ਕੇ ਬੈਠ ਗਈ ਤੇ ਰਾਜਾ ਵੀ ਹੱਥ ਜੋੜ ਕੇ ਬੈਠ ਗਿਆ ਜੀ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਦੇ ਸਾਹਮਣੇ ਬੈਠ ਗਏ। ਹੁਣ ਮਹਾਰਾਜ ਨੇ ਬਚਨ ਕਰਨੇ ਜੀ ਇਹਨਾਂ ਦੇ ਪਰਥਾਏ। ਹਾਂਜੀ, ਮਰ ਕੋ ਦੇਤ ਭਇਓ ਸ੍ਰੀ ਜਗ ਗੁਰ, ਦਬ ਦੰਪਤ ਪਦ ਧਾਰਿਓ ਨਾਥ। ਗੁਰਮੁਖੋ ਪ੍ਰਸ਼ਾਦਾ ਛਕਾ ਕੇ ਦੋਵਾਂ ਨੇ ਆਪ ਹੱਥ ਪੈਰ ਧੋ ਕੇ ਮਹਾਰਾਜ ਨੂੰ ਜਦੋਂ ਮੱਥਾ ਟੇਕਿਆ, ਸੱਚੇ ਪਾਤਸ਼ਾਹ ਨੇ ਵਰ ਦਿੱਤੇ, ਬਚਨ ਕੀਤੇ ਜੀ ਇਹਨਾਂ ਦੇ ਪਰਥਾਏ। ਹਾਂਜੀ, ਤੁਮਰੇ ਔਰ ਗੁਰਮਤਿ ਹੋਏ ਪ੍ਰਾਪਤ, ਹਮ ਪਰਲੋਕ ਮੈਂ ਬਨੇ ਸਹਾਏ। ਦੋਵੇਂ ਹੱਥ ਜੋੜੋ ਤੇ ਗੱਜ ਕੇ ਆਖੋ ਜੀ ਵਾਹਿਗੁਰੂ। ਸੰਗਤ ਜੀ, ਸੱਚੇ ਪਾਤਸ਼ਾਹ ਮਹਾਰਾਜ ਬੜੀ ਦਿਆਲਤਾ ਵਿੱਚ ਆਏ। ਮਹਾਰਾਜ ਕਹਿੰਦੇ ਰਾਜਾ ਤੇ ਰਾਣੀ ਨੂੰ, ਕਹਿਣ ਲੱਗੇ ਗੁਰੂ ਕਿਰਪਾ, ਤੁਹਾਡੇ ਤੇ ਗੁਰੂ ਦੀ ਪੂਰੀ ਕਿਰਪਾ ਕਹਿਣ ਲੱਗੇ। ਤੇ ਨਾਲ ਹੀ ਸ਼ਬਦ ਵਰਤੇ, ਤੁਹਾਡੇ ਹਿਰਦੇ ਵਿੱਚ ਗੁਰੂ ਦੀ ਮੱਤ ਪ੍ਰਾਪਤ ਹੋ ਜੇ ਕਹਿਣ ਲੱਗੇ। ਗੱਜ ਕੇ ਆਖੋ ਵਾਹਿਗੁਰੂ। ਆਪਣੇ ਜ਼ੋਰ ਦੇ ਨਾਲ ਗੁਰੂ ਕੀ ਮੱਤ ਸਾਡੇ ਹਿਰਦੇ 'ਚ ਨਹੀਂ ਆ ਸਕਦੀ ਜੀ। ਹਾਂਜੀ, ਗੁਰੂ ਹੀ ਕਿਰਪਾ ਕਰੇ ਤੇ ਗੁਰੂ ਜੀ ਦੀ ਮੱਤ ਸਾਡੇ ਹਿਰਦੇ ਵਿੱਚ ਵਸ ਜੇ ਜੀ। ਆਪਣੇ ਜ਼ੋਰ ਨਾਲ ਜਿੰਨਾ ਮਰਜ਼ੀ ਯਤਨ ਕਰੀਏ ਨਹੀਂ ਵਸ ਸਕਦੀ ਜੀ। ਮਹਾਰਾਜ ਨੇ ਕਿਰਪਾ ਕਰਤੀ। ਮਹਾਰਾਜ ਕਹਿਣ ਲੱਗੇ ਤੁਹਾਡੇ ਦੋਵਾਂ ਜੀਆਂ ਦੇ ਅੰਦਰ ਗੁਰੂ ਕੀ ਮੱਤ ਪ੍ਰਵੇਸ਼ ਕਰ ਜੇ ਕਹਿਣ ਲੱਗੇ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਹਮ ਪਰਲੋਕ ਮਹਿ ਬਨਹਿ ਸਹਾਏ, ਕਹਿਣ ਲੱਗੇ ਰਾਜੇ ਤੇ ਰਾਣੀ ਨੂੰ ਅਸੀਂ ਪਰਲੋਕ ਵਿੱਚ ਤੁਹਾਡੀ ਸਹਾਇਤਾ ਕਰਾਂਗੇ ਕਹਿਣ ਲੱਗੇ। ਇਸ ਲੋਕ ਦੇ ਤੇ ਸਾਰੇ ਦੁੱਖ ਵੈਸੇ ਹੀ ਦੂਰ ਕਰਤੇ ਸੱਚੇ ਪਾਤਸ਼ਾਹ ਨੇ। ਪਰਲੋਕ ਬਾਰੇ ਬਚਨ ਕੀਤਾ ਗੁਰੂ ਹਰਗੋਬਿੰਦ ਸਾਹਿਬ ਨੇ। ਮਹਾਰਾਜ ਕਹਿੰਦੇ ਤੁਹਾਡੇ ਪਰਲੋਕ ਦੇ ਦੁੱਖ ਵੀ ਨਹੀਂ ਆਉਣਗੇ ਅੱਗੇ। ਗੱਜ ਕੇ ਆਖੋ ਵਾਹਿਗੁਰੂ। ਗੁਰਮੁਖੋ ਸਾਰੀਆਂ ਗੱਲਾਂ ਦਾ ਤੇ ਸਾਨੂੰ ਨਹੀਂ ਪਤਾ ਜੀ, ਪਰ ਗੁਰਬਾਣੀ ਪੜ੍ਹ ਕੇ ਕਈ ਗੱਲਾਂ ਦਾ ਪਤਾ ਲੱਗਦਾ। ਇਸ ਲੋਕ ਦੇ ਦੁੱਖ ਵੱਖਰੇ ਤੇ ਪਰਲੋਕ ਦੇ ਦੁੱਖ ਵੱਖਰੇ ਹੈਗੇ ਜੀ। ਹਾਂਜੀ, ਅੱਧੀ ਕੁ ਰੂਹ ਤੇ ਇਸ ਲੋਕ ਦੇ ਵਿੱਚ ਦੁੱਖ ਸਹਿ ਸਹਿ ਕੇ ਵਿਚਾਰੀ ਦਾ ਬੁਰਾ ਹਾਲ ਹੋਇਆ ਹੁੰਦਾ ਜੀ। ਰਹਿੰਦੀ ਖੁੰਦੀ ਕਸਰ ਪਰਲੋਕ ਦੇ ਦੁੱਖਾਂ ਨਾਲ ਬੁਰਾ ਹਾਲ ਹੋ ਜਾਂਦਾ ਜੀ। ਸੁਖਮਣੀ ਸਾਹਿਬ ਜੀ ਦੀ ਅਸ਼ਟਪਦੀ ਪੜੋ, ਜਹ ਮਾਰਗ ਇਹੋ ਜਾਤ ਅਕੇਲਾ, ਤੈ ਹਰ ਨਾਮ ਸੰਗ ਹੋਤ ਸੁਹੇਲਾ। ਇਹਦੇ ਵਿੱਚ ਸਾਰਾ ਕੁਝ ਹੈ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈਓ, ਪਰਲੋਕ ਦਾ ਹਾਲ ਹੈ ਜੀ। ਤਹ ਕੇਵਲ ਨਾਮ ਸੰਗ ਤੇਰਾ ਸਹਾਈ। ਇਹ ਸਾਰੀ ਪੰਕਤੀ ਜੀ। ਹਾਂਜੀ, ਅਸ਼ਟਪਦੀ ਸਾਰੀ ਜੀ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਤੁਹਾਡੇ ਇਸ ਲੋਕ ਦੇ ਦੁੱਖ ਤੇ ਪਹਿਲਾਂ ਹੀ ਖਤਮ ਕਰਤੇ, ਜਾਓ ਪਰਲੋਕ ਵਿੱਚ ਵੀ ਕੋਈ ਦੁੱਖ ਨਹੀਂ ਆਏਗਾ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਸੇਵਾ ਕਰਕੇ ਇੰਨੀ ਖੁਸ਼ੀ ਲੈ ਲਈ ਜੀ ਦੋਵਾਂ ਜੀਆਂ ਨੇ। ਹਾਂਜੀ, ਭਗਤ ਗਿਆਨ ਅਭਿਆਸੋ ਦੰਪਤ, ਸਤਨਾਮ ਸਿਮਰੋ ਲਿਵ ਲਾਏ। ਇਸ ਗੱਲ ਦਾ ਵੀ ਧਿਆਨ ਰੱਖਣਾ ਜੀ। ਬਚਨ ਤੇ ਪ੍ਰਾਪਤ ਹੋ ਗਿਆ ਜੀ ਉਹਨਾਂ ਨੂੰ। ਹੁਣ ਇਹ ਨਹੀਂ ਵੀ ਬੰਦਾ ਅਵੇਸਲਾ ਹੋ ਜੇ ਜੀ। ਮਹਾਰਾਜ ਕਹਿਣ ਲੱਗੇ ਪਰ ਜਿੰਨਾ ਚਿਰ ਤੱਕ ਤੁਹਾਡੀ ਸਰੀਰਕ ਉਮਰ ਹੈ, ਧਿਆਨ ਲਾ ਕੇ ਲਿਵ ਲਾ ਕੇ ਵਾਹਿਗੁਰੂ ਜੀ ਦਾ ਨਾਮ ਜਪੋ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਲਿਵ ਲਾਉਣਾ ਹੁੰਦਾ ਜੀ ਨਿਧਿਆਸਣ ਕਰਨਾ।
ਨਿਧਿਆਸਣ ਕੀ ਹੁੰਦਾ ਜੀ ਭਲਾ? ਅੱਗੇ ਵੀ ਬੜੀ ਵਾਰੀ ਬੇਨਤੀ ਕੀਤੀ, ਜਦੋਂ ਤੇਲ ਧਰਤੀ ਤੇ ਡਿੱਗਦਾ ਨਾ ਜੀ, ਉਹ ਇੱਕ ਧਾਰਾ ਵਿੱਚ ਬਹਿ ਕੇ ਡਿੱਗਦਾ ਜੀ, ਉਹਦੀ ਧਾਰਾ ਨਹੀਂ ਟੁੱਟਦੀ ਜੀ। ਹਾਂਜੀ, ਇਸੇ ਤਰ੍ਹਾਂ ਇੱਕ ਧਾਰਾ ਵਿੱਚ ਇੱਕ ਰਸ, ਵਾਹਿਗੁਰੂ 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 ਵਾਹਿਗੁਰੂ। ਇਹਨੂੰ ਕਹਿੰਦੇ ਇੱਕ ਲਿਵ ਜੋੜ ਕੇ ਬੋਲਣਾ ਜੀ। ਹਾਂਜੀ, ਧਿਆਨ ਟੁੱਟਣ ਨਾ ਦੇਣਾ, ਧਾਰਾ ਟੁੱਟਣ ਨਾ ਦੇਣਾ ਜੀ। ਮਹਾਰਾਜ ਕਹਿੰਦੇ ਪਰ ਦੋਵਾਂ ਨੂੰ ਲਿਵ ਜੋੜ ਕੇ ਵਾਹਿਗੁਰੂ ਵਾਹਿਗੁਰੂ ਵੀ ਬੋਲਣਾ ਪੈਣਾ ਜੀ। ਆਪਾਂ ਵੀ ਗੁਰੂ ਜੀ ਅੱਗੇ ਅਰਦਾਸ ਕਰੀਏ ਤੇ 2 ਮਿੰਟ ਨੇਤਰ ਕਰੋ ਬੰਦ ਤੇ ਧਿਆਨ ਜੋੜ ਗਏ। ਹਾਂਜੀ, ਸੁਰਤੀਆਂ ਗੁਰੂ ਦੀ ਕਿਰਪਾ ਨਾਲ ਹੀ ਜੁੜਦੀਆਂ ਜੀ। ਜੋ ਮਹਾਰਾਜ ਉਹਨਾਂ ਨੂੰ ਕਹਿੰਦੇ ਨਾ, ਲੋਕ ਵਿੱਚ ਵੀ ਸੁੱਖ ਤੇ ਪਰਲੋਕ ਵਿੱਚ ਵੀ ਸੁੱਖ, ਲਿਵ ਜੋੜ ਕੇ ਵਾਹਿਗੁਰੂ ਜੀ ਦਾ ਨਾਮ ਜਪੋ। ਆਪਾਂ ਵੀ ਜਪੀਏ, ਆਖੋ ਸਾਰੇ ਵਾਹਿਗੁਰੂ 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 ਵਾਹਿਗੁਰੂ। ਮਹਾਰਾਜ ਉਹਨਾਂ ਨੂੰ ਸਿੱਖਿਆ ਦੇ ਰਹੇ, ਰਾਜੇ ਤੇ ਰਾਣੀ ਨੂੰ ਮਹਾਰਾਜ ਕਹਿੰਦੇ ਲਿਵ ਜੋੜ ਕੇ ਵਾਹਿਗੁਰੂ ਜੀ ਦਾ ਨਾਮ ਜਪਣਾ। ਹਾਂਜੀ, ਪ੍ਰਭ ਭਾਣੇ ਮੈਂ ਹਰਖ ਹਿਤ ਧਾਰ। ਇਹ ਗੱਲ ਦਾ ਵੀ ਧਿਆਨ ਰੱਖਣਾ ਗੁਰਮੁਖੋ, ਜਿਹੜਾ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪੈਂਦਾ, ਬਹੁਤ ਕੁਝ ਉਹਦੀ ਮਰਜ਼ੀ ਅਨੁਸਾਰ ਹੋਣ ਲੱਗ ਪੈਂਦਾ ਜੀ। ਹਾਂਜੀ, ਪਰ ਮਹਾਰਾਜ ਕਹਿੰਦੇ ਰਾਜੇ ਤੇ ਰਾਣੀ ਨੂੰ ਰੱਬ ਦੀ ਮਰਜ਼ੀ 'ਚ ਦਖਲ ਨਹੀਂ ਦੇਣੀ, ਕਹਿਣ ਲੱਗੇ ਜੋ ਵਾਹਿਗੁਰੂ ਜੀ ਕਰਨ ਦੇ ਠੀਕ ਹੈ। ਹਰ ਕੋਈ ਦਖਲ ਨਹੀਂ ਦੇ ਸਕਦਾ ਜੀ, ਇਹ ਵੀ ਗੱਲ ਧਿਆਨ ਨਾਲ ਸੁਣਿਓ। ਹਰ ਕਿਸੇ ਦੇ ਵਸ ਵਿੱਚ ਨਹੀਂ ਹੈਗਾ ਦਖਲ ਦੇਣਾ ਜੀ। ਜਿਹੜਾ ਵਾਹਿਗੁਰੂ ਵਾਹਿਗੁਰੂ ਜਪਦਾ, ਉਹ ਜੋ ਕਵੇ ਵਾਹਿਗੁਰੂ ਜੀ ਕਰ ਦਿੰਦੇ ਜੀ। ਪਰ ਵੱਡੀ ਕੰਡੀਸ਼ਨ ਇਹ ਵੀ ਕਹਿਣਾ ਹੀ ਕੁਛ ਨਹੀਂ ਹੈਗਾ ਰੱਬ ਨੂੰ ਜੀ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿਣ ਲੱਗੇ ਪ੍ਰਭ ਭਾਣੇ ਮੈਂ ਰਾਖੋ ਹਿਤ ਧਰ। ਜੋ ਵਾਹਿਗੁਰੂ ਜ਼ਿੰਦਗੀ 'ਚ ਕਰਦੇ, ਹਿੱਤ ਧਾਰ ਕੇ ਉਹਨੂੰ ਮੰਨਣਾ। ਉਸ ਦਿਨ ਗੁਰਮੁਖ ਕਹਿ ਰਹੇ ਸਨ, ਰੱਬ ਦੇ ਭਾਣੇ ਨੂੰ ਇੱਕ ਮੰਨਣਾ ਜੀ, ਇੱਕ ਮਿੱਠਾ ਕਰਕੇ ਮੰਨਣਾ ਜੀ। ਗੱਜ ਕੇ ਆਖੋ ਵਾਹਿਗੁਰੂ। ਫਰਕ ਹੈ ਜੀ, ਫਰਕ ਹੈ। ਮਹਾਰਾਜ ਕਹਿੰਦੇ ਪਰਮੇਸ਼ਰ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ, ਮਿੱਠਾ ਕਰਕੇ। ਹਾਂਜੀ, ਹਉਮੈ ਤਿਆਗੋ ਮਿਥਿਆ ਭਾਏ। ਤੇ ਜਿਹੜੀ ਹਉਮੈ ਹੈ ਨਾ, ਹਉਮੈ ਇਹ ਝੂਠੀ ਹੈਗੀ ਜੀ, ਕਹਿਣ ਲੱਗੇ ਸੱਚੀ ਨਹੀਂ ਹੈਗੀ। ਗੱਜ ਕੇ ਆਖੋ ਵਾਹਿਗੁਰੂ। ਜਿਹੜਾ ਮੈਂ ਕਰਨਾ ਇਹ ਝੂਠਾ ਕੰਮ ਆ, ਕਹਿਣ ਲੱਗੇ ਇਹਨੂੰ ਛੱਡ ਦੇਣਾ। ਕਹਿਣ ਲੱਗੇ ਇਹਨੂੰ ਝੂਠੀ ਜਾਣ ਕੇ ਇਹਨੂੰ ਛੱਡ ਦੇਣਾ। ਹਾਂਜੀ, ਅਨ ਹੋਵਤ ਹੈ ਉਪਜੇ ਹੈ ਮਹਿ ਲਖੋ ਸਰੂਪ ਜੋ ਸਹਿਜ ਸੁਭਾਏ। ਹੁਣ ਗੁਰੂ ਸਾਹਿਬ ਕਿਰਪਾ ਕਰ ਦੇਣ, ਇਹਨਾਂ ਗੱਲਾਂ ਦੀ ਕਿਤੇ ਜ਼ਿੰਦਗੀ 'ਚ ਸਮਝ ਆ ਜਾਏ ਜੀ। ਮਹਾਰਾਜ ਕਹਿਣ ਲੱਗੇ ਰਾਜੇ ਤੇ ਰਾਣੀ ਨੂੰ, ਦੋਵੇਂ ਹੱਥ ਜੋੜ ਕੇ ਸੁਣ ਰਹੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ, ਇਹ ਨਾ ਚਾਹੁੰਦੇ ਹੋਇਆਂ ਵੀ ਬੰਦੇ ਦੇ ਹਿਰਦੇ ਵਿੱਚ ਵੜ ਜਾਂਦੀ ਜੀ ਹਉਮੈ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਬੜੀ ਸੂਖਮ ਹੈ ਇਹ 6ਵੇਂ ਪਾਤਸ਼ਾਹ ਕਹਿ ਰਹੇ। ਮਹਾਰਾਜ ਕਹਿੰਦੇ ਬੜੀ ਸੂਖਮ ਹੈ ਇਹ, ਪਰ ਕੋਸ਼ਿਸ਼ ਕਰੋ ਵਾਹਿਗੁਰੂ ਵਾਹਿਗੁਰੂ ਜਪ ਕੇ ਇਹੋ ਹੀ ਸਮਝ ਲਈਏ ਵੀ ਅਸੀਂ ਕੌਣ ਹੈਗੇ ਹਾਂ ਜੀ। ਹਾਂਜੀ, ਬਹੁਤ ਸਾਰੇ ਮੇਰੇ ਵਰਗਿਆਂ ਨੂੰ ਇਹੋ ਹੀ ਨਹੀਂ ਪਤਾ ਵੀ ਅਸੀਂ ਹੈ ਕੌਣ ਹਾਂ ਜੀ। ਹਾਂਜੀ, ਮਨ ਤੂੰ ਜੋਤ ਸਰੂਪ। ਹੁਣ ਜੋਤ ਸਰੂਪ ਦਾ ਕਿਹਨੂੰ ਪਤਾ ਜੀ? ਮਹਾਰਾਜ ਕਹਿੰਦੇ ਨਾਮ ਜਪ ਕੇ ਇਹਦਾ ਪਤਾ ਕਰੋ, ਇਹਦਾ। ਹਾਂਜੀ, ਹਰਖ ਸੋਗ ਕੋ ਭਾਗੀ ਬਨ ਕਰ
ਜਨਮ ਮਰਨ ਕੋ ਪੁਨ ਪੁਨ ਤੇ ਪਾਏ। ਗੱਜ ਕੇ ਆਖੋ ਵਾਹਿਗੁਰੂ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਨੂੰ ਸਮਝਾ ਰਹੇ ਨੇ। ਵੇਖੋ ਸੰਕਟ ਸਾਰੇ ਦੂਰ ਕਰਦੇ ਜੀ ਉਹਨਾਂ ਦੇ, ਫਿਰ ਵੀ ਨਾਮ ਨਾਲ ਹੀ ਜੋੜ ਰਹੇ ਜੀ ਉਹਨਾਂ ਨੂੰ। ਮਹਾਰਾਜ ਕਹਿਣ ਲੱਗੇ ਭਾਈ ਹਰਖ ਸੋਗ ਖੁਸ਼ੀ ਗਮੀ ਵਿੱਚ ਪੈ ਕੇ, ਹੰਕਾਰ ਵਿੱਚ ਆ ਕੇ, ਮੇਰ ਤੇਰ ਵਿੱਚ ਪੈ ਕੇ ਬੰਦਾ ਜੰਮਦਾ ਤੇ ਮਰਦਾ ਰਹਿੰਦਾ। ਕਹਿਣ ਲੱਗੇ ਇਹਨਾਂ ਕੰਮਾਂ ਵਿੱਚ ਜੰਮਦਾ ਮਰਦਾ ਰਹਿੰਦਾ। ਕਹਿਣ ਲੱਗੇ ਬਾਰ-ਬਾਰ ਜੰਮਣਾ ਪੈਂਦਾ ਤੇ ਬਾਰ-ਬਾਰ ਹੀ ਮਰਨਾ ਪੈਂਦਾ ਜੀ। ਹਾਂਜੀ। ਨਹਿ ਸੰਖਿਆ ਪੂਰਬ ਤਨ ਧਾਰਣ 84 ਲੱਖ ਜੂਨ ਪਰਮਾਏ। ਅੱਗੇ ਹੀ ਨਹੀਂ ਪਤਾ ਵੀ ਪਿੱਛੇ ਕਿਹੜੇ ਕਿਹੜੇ ਸਰੀਰ ਲੈ ਕੇ ਆਏ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਬਹੁਤ ਵੱਡਾ ਕੋਈ ਸਾਧੂ ਮਹਾਤਮਾ ਹੋਏ ਉਹਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਜੀ, ਬਹੁਤਿਆਂ ਨੂੰ ਨਹੀਂ ਜੀ। ਹੁਣ ਮੈਂ ਕੀ ਦੱਸ ਸਕਦਾ ਵੀ ਸਾਡਾ ਪਿਛਲਾ ਸਰੀਰ ਕਾਹਦਾ ਹੈਗਾ ਜੀ, ਪਿਛਲਾ ਜਨਮ ਕਾਹਦਾ ਸੀ। ਮਹਾਰਾਜ ਕਹਿੰਦੇ ਅੱਗੇ ਹੀ ਨਹੀਂ ਪਤਾ ਵੀ ਕਿਹੜਾ ਸਰੀਰ ਧਾਰਨ ਕਰਕੇ ਆਏ ਆ, ਕਿਹੜੀਆਂ ਜੂਨਾਂ ਭੋਗ ਕੇ ਆਈਆਂ ਆ। ਪਰ ਜੇ ਹੁਣ ਨਾਮ ਨਹੀਂ ਜਪਿਆ, ਆਮ ਬੰਦੇ ਵਾਸਤੇ 84 ਲੱਖ ਜੂਨ ਅੱਗੇ ਤਿਆਰ ਖੜੀ ਹੈ। ਹਾਂਜੀ, ਉਹਨਾਂ ਦਾ ਤੇ ਜਨਮਨ ਘੱਟ ਹੀ ਦਿੱਤਾ ਜੀ, ਪਰ ਸਿੱਖਿਆ ਸਾਨੂੰ ਦੇ ਰਹੇ। ਆਮ ਬੰਦੇ ਵਾਸਤੇ 84 ਲੱਖ ਅੱਗੇ ਤਿਆਰ ਖੜੀ ਹੈ। ਹਾਂਜੀ। ਅੱਗੇ ਜੁਗ ਸੰਖ ਮਹਿ ਜਾਨੋ ਤਰਹ ਦੇਹ ਭੋਗੇ ਬਿਨਸਾਏ। ਜਿਹੜੇ ਨਹੀਂ ਜਪਦੇ ਉਹ ਫਿਰ ਅੱਗੇ ਇਹਨਾਂ ਅਸੰਖਾਂ ਜੂਨਾਂ ਵਿੱਚ ਤੁਰਦੇ ਫਿਰਦੇ ਰਹਿੰਦੇ। ਗੱਜ ਕੇ ਆਖੋ ਵਾਹਿਗੁਰੂ। ਗੁਰਮੁਖੋ ਨਿਰਾ ਮੁਖੋਂ 84 ਲੱਖ ਗਿਣਨਾ ਹੋਵੇ ਤੇ ਬੜਾ ਚਿਰ ਲੱਗਦਾ ਜੀ। 1 2 3 4 5 6 7 8 9 10 ਕਿੱਡੀ ਵੱਡੀ ਗਿਣਤੀ ਜੀ। ਰਾਤ ਬੰਦਾ ਬੈਠਾ ਰਹੇ ਤੇ ਮਸਾਂ ਹੀ ਆ ਵੀ ਲੱਖ ਤੱਕ ਗਿਣੇ ਜੀ ਉਹ ਮੂੰਹੋਂ ਬੋਲ ਕੇ। 84 ਰਾਤਾਂ ਬੰਦਾ ਜਾਗੇ ਤੇ 84 ਲੱਖ ਗਿਣਿਆ ਜਾਏਗਾ ਜੀ। ਹਾਂਜੀ। ਤੇ 84 ਲੱਖ ਜਦੋਂ ਜੰਮਣਾ ਮਰਨਾ ਪਏਗਾ ਕਿੱਡਾ ਵੱਡਾ ਚੱਕਰ ਹੈ ਜੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਵਾਹਿਗੁਰੂ ਜੀ ਦਾ ਨਾਮ ਹੈ ਜਿਹੜਾ ਇਹਨਾਂ ਚੀਜ਼ਾਂ ਤੋਂ ਬਚਾ ਲੈਂਦਾ ਜੀ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਰਾਏ ਜੋਧ ਤੇ ਉਹਦੀ ਪਤਨੀ ਦੇ ਸਾਹਮਣੇ ਮਹਾਰਾਜ ਇਹ ਬਚਨ ਕਰਨ ਦੇ ਜੀ। ਹਾਂਜੀ। ਦੋਹਰਾ ਸੁਣਤ ਜੋਧ ਕਹਿ ਜੋਰ ਕਰ। ਰਾਏ ਜੋਧ ਨੇ ਉਸੇ ਵੇਲੇ ਹੱਥ ਜੋੜ ਲਏ। ਹਾਂਜੀ, ਵੀ ਮਹਾਰਾਜ ਹੁਣ ਸਿੱਖਿਆ ਵਾਲੇ ਬਚਨ ਕਹਿ ਰਹੇ ਸਾਨੂੰ। ਹਾਂਜੀ। ਲਖ ਆਪਣੇ ਦਾਸ। ਤੇ ਰਾਏ ਜੋਧ ਨੇ ਉਸੇ ਵੇਲੇ ਬੇਨਤੀ ਕਰਤੀ ਮਹਾਰਾਜ ਅਸੀਂ ਤੇ ਤੁਹਾਡੇ ਆਮ ਸਿੱਖ ਹੈਗੇ ਆਮ। ਗੱਜ ਕੇ ਆਖੋ ਵਾਹਿਗੁਰੂ। ਅਸੀਂ ਤੇ ਤੁਹਾਡੇ ਸਧਾਰਨ ਜੇ ਸਿੱਖ ਆ ਸੱਚੇ ਪਾਤਸ਼ਾਹ, ਦਾਸ ਆ ਤੁਹਾਡੇ ਨੌਕਰ। ਇਹ ਮਹਾਰਾਜ ਗਿਆਨ ਧਿਆਨ ਬਹੁਤ ਵੱਡਾ ਹੈਗਾ ਸੱਚੇ ਪਾਤਸ਼ਾਹ। ਹਾਂਜੀ। ਰਖੋ ਲਾਜ ਨਿਜ ਨਾਮ ਕੀ ਕੀਜੈ ਸਮਤ ਪ੍ਰਕਾਸ਼। ਤੇ ਸੱਚੇ ਪਾਤਸ਼ਾਹ ਤੁਸੀਂ ਆਪਣੇ ਨਾਮ ਦੀ ਲਾਜ ਰੱਖੋ। ਤੁਹਾਡਾ ਨਾਮ ਕੀ ਹੈ? ਭਗਤ ਵਛਲ, ਜਗਤ ਦਾ ਤਾਰਨ ਵਾਲਾ ਤੁਹਾਡਾ ਨਾਮ ਹੈ। ਤੇ ਸੱਚੇ ਪਾਤਸ਼ਾਹ ਤੁਸੀਂ ਆਪਣੇ ਨਾਮ ਦੀ ਲਾਜ ਰੱਖੋ, ਸਾਡਾ ਵੈਸੇ ਹੀ ਭਲਾ ਕਰ ਦਿਓ। ਗੱਜ ਕੇ ਆਖੋ ਵਾਹਿਗੁਰੂ। ਭਲਾ ਤੇ ਵੈਸੇ ਹੀ ਇਹਨਾਂ ਦਾ ਬੜਾ ਕੀਤਾ ਪਹਿਲਾਂ ਜੀ। ਹਾਂਜੀ। ਪ੍ਰਾਤ ਹੋਤ ਤਿਆਰੀ ਕਰਹੁ ਰੁਚਹਿ ਨਾ ਤਜਬੋ ਸਾਥ। ਸੱਚੇ ਪਾਤਸ਼ਾਹ ਆਪ ਜੀ ਨੇ ਬਚਨ ਕੀਤਾ ਵੀ ਕੱਲ ਨੂੰ ਕਾਂਗੜਪੁਰ ਛੱਡਣਾ। ਮਹਾਰਾਜ ਮੇਰਾ ਜੀ ਕਰਦਾ ਵੀ ਮੈਂ ਤੁਹਾਡੇ ਨਾਲ ਹੀ ਜਾਵਾਂ। ਮਹਾਰਾਜ ਵੇਖੋ ਕਿੱਡੀ ਵੱਡੀ ਗੱਲ ਹੈ ਜੀ। ਅੱਜ ਕੇ ਆਖੋ ਵਾਹਿਗੁਰੂ। ਰਾਏ ਜੋਧ ਦੇ ਅੰਦਰ ਇੰਨਾ ਪਿਆਰ ਆ ਗਿਆ, ਰਾਏ ਜੋਧ ਆਪਣਾ ਰਾਜ ਭਾਗ ਛੱਡਣ ਨੂੰ ਤਿਆਰ ਹੋ ਗਿਆ ਜੀ। ਵੀ ਮੈਂ ਸਾਰਾ ਕੁਝ ਛੱਡ ਕੇ ਤੇ ਗੁਰੂ ਹਰਗੋਬਿੰਦ ਸਾਹਿਬ ਤੁਹਾਡੇ ਚਰਨਾਂ ਵਿੱਚ ਰਹਿਣਾ, ਤੁਹਾਡੇ ਨਾਲ ਹੀ ਜਾਣਾ ਜੀ। ਹਾਂਜੀ। ਤੇ ਗੁਰਮੁਖੋ ਇੱਥੇ ਤੇ ਆਪਾਂ ਨੂੰ ਬੜੀ ਸਿੱਖਿਆ ਲੈਣ ਦੀ ਜ਼ਰੂਰਤ ਹੈ ਜੀ। ਰਾਏ ਜੋਧ ਵੇਖੋ ਸਾਰੀ ਰਿਆਸਤ ਛੱਡਣ ਵਾਸਤੇ ਤਿਆਰ ਹੋ ਗਿਆ। ਮਹਾਰਾਜ ਸੱਚੇ ਪਾਤਸ਼ਾਹ ਮੈਂ ਆਪ ਜੀ ਦੇ ਨਾਲ ਹੀ ਜਾਣਾ ਮਹਾਰਾਜ। ਹਾਂਜੀ। ਦਰਸ਼ਨ ਤੇ ਆਨੰਦ ਹੋਏ ਲਿਹੋ ਸੰਗ ਮੁਝ ਨਾਥ। ਮਹਾਰਾਜ ਹਰ ਰੋਜ਼ ਤੁਹਾਡੇ ਦਰਸ਼ਨ ਕਰਿਆ ਕਰਾਂਗਾ, ਤੁਹਾਡੇ ਨਾਲ ਰਿਹਾ ਕਰਾਂਗਾ, ਜ਼ਿੰਦਗੀ 'ਚ ਆਨੰਦ ਬਣਿਆ ਰਹੇਗਾ। ਹਾਂਜੀ। ਪੁਨ ਪ੍ਰਸੰਨ ਹੈ ਸਤਿਗੁਰੂ
ਕਿਰਪਾ ਰਸੀਲੇ ਨੈਣ। ਸੱਚੇ ਪਾਤਸ਼ਾਹ ਨੇ ਜਦੋਂ ਆਹ ਬਚਨ ਸੁਣੇ ਨਾ, ਵੀ ਰਾਏ ਜੋਧ ਤੇ ਰਿਆਸਤ ਛੱਡਣ ਵਾਸਤੇ ਤਿਆਰ ਹੋ ਗਿਆ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਵੀ ਮੈਂ ਨਹੀਂ ਰਹਿਣਾ, ਮੈਂ ਨਹੀਂ ਕਰਨਾ ਰਾਜ ਭਾਗ, ਮੈਨੂੰ ਤੇ ਗੁਰੂ ਜੀ ਦੇ ਚਰਨ ਚਾਹੀਦੇ। ਹਾਂਜੀ, ਮਹਾਰਾਜ ਨੇ ਬੜੀ ਕਿਰਪਾ ਕੀਤੀ, ਕਿਰਪਾ ਦ੍ਰਿਸ਼ਟੀ ਨਾ ਵੇਖਿਆ ਜੀ ਰਾਏ ਜੋਧ ਵੱਲ। ਹਾਂਜੀ, ਦੇਖ ਦੰਪਤ ਕੇ ਭਾਵ ਕੋ ਕਹਿਤ ਸਮੁਖ ਤੇ ਬੈਣ। ਤੇ ਮਹਾਰਾਜ ਨੇ ਰਾਏ ਜੋਧ ਤੇ ਉਹਦੀ ਪਤਨੀ ਨੂੰ ਫੇਰ ਅੱਗੋਂ ਬਚਨ ਕੀਤੇ। ਹਾਂਜੀ, ਅਬ ਤੁਮ ਕਾਂਗੜ ਪੁਰ ਬਸਹੁ ਹਿਰਦੈ ਧਾਰ ਗੁਰ ਗਿਆਨ। ਗੱਜ ਕੇ ਆਖੋ ਵਾਹਿਗੁਰੂ। ਰਿਤੇ ਧਾਰ ਗੁਰ ਧਿਆਨ। ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਭਾਈ ਤੁਹਾਨੂੰ ਸਾਡੇ ਸਰੀਰ ਦੇ ਨਾਲ ਜਾਣ ਦੀ ਲੋੜ ਨਹੀਂ ਹੈ। ਕੀ ਕਹਿਣ ਲੱਗੇ, ਧਿਆਨ ਧਰੋ, ਆਪਣੇ ਨਗਰ ਵਿੱਚ ਹੀ ਬੈਠੋ, ਧਿਆਨ ਧਰ ਲੋ। ਕਹਿਣ ਲੱਗੇ ਗੁਰੂ ਦਾ। ਹਾਂਜੀ, ਸਤਨਾਮ ਸਿਮਰਨ ਕਰਹੁ ਦੋਹੇ ਲੋਕਨ ਕਲਿਆਣ। ਧਿਆਨ ਧਰੋ ਤੇ ਨਾਲੇ ਸਤਨਾਮ ਸ੍ਰੀ ਆ ਜਪੋ। ਕਹਿਣ ਲੱਗੇ ਤੁਹਾਡਾ ਦੋਨਾਂ ਲੋਕਾਂ ਵਿੱਚ ਕਲਿਆਣ ਹੋਏਗਾ। ਦੋਵਾਂ ਲੋਕਾਂ ਵਿੱਚ ਸਰੀਰ ਨਾਲ ਪਿਆਰ ਕਰਾਂਗੇ ਤੇ ਇੱਕ ਦਿਨ ਵਿਛੜ ਜਾਵਾਂਗੇ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਗੁਰਮੁਖੋ ਬੜੀ ਵੱਡੀ ਸੱਚਾਈ ਜੀ। ਜਿਨੇ ਜਿਨੇ ਸਰੀਰ ਨੂੰ ਪਿਆਰ ਕੀਤਾ ਇੱਕ ਦਿਨ ਵਿਛੜ ਜਾਂਦਾ ਜੀ ਸਰੀਰ ਜੀ। ਹਾਂਜੀ, ਤੇ ਸਭ ਤੋਂ ਵਧੀਆ ਪਿਆਰ ਕੀ ਹੈ? ਸੁਰਤ ਦਾ ਪਿਆਰ ਜੀ। ਸੁਰਤ ਜੁੜੀ ਰਹੇ ਪਿਆਰ ਵਿੱਚ। ਹਾਂਜੀ, ਪੁਨ ਹਮ ਪਠੇ ਹਕਾਰ ਜਬ ਕਹਿ ਦਿਨ ਕਿਤਕ ਬਿਤਾਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰਾਏ ਜੋਧ ਕੁਝ ਦਿਨ ਆਪਣੇ ਨਗਰ ਵਿੱਚ ਰਹੋ, ਫਿਰ ਸੱਦਾਂਗੇ ਤੁਹਾਨੂੰ। ਕਹਿਣ ਲੱਗੇ ਹਾਂਜੀ, ਮਿਲਹੁ ਆਣ ਆਨੰਦ ਸੋ ਹੋਏ ਡੇਰਾ ਜਿਸ ਥਾਏ। ਜਿਸ ਥਾਂ ਤੇ ਸਾਡਾ ਡੇਰਾ ਹੋਏਗਾ ਉੱਥੇ ਆ ਕੇ ਸਾਨੂੰ ਮਿਲ ਲਿਓ। ਕਹਿਣ ਲੱਗੇ ਹੁਣ ਤੁਸੀਂ ਆਪਣੇ ਨਗਰ ਵਿੱਚ ਰਹੋ। ਹਾਂਜੀ, ਬਹੁਤ ਜੋਧ ਕੀ ਭਾਰਜਾ ਬੋਲੀ ਬਿਨੈ ਸਮੇਤ। ਤੇ ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਫਿਰ ਰਾਏ ਜੋਧ ਦੀ ਪਤਨੀ ਨੇ ਹੱਥ ਜੋੜ ਲਏ ਅੱਗੋਂ ਰਾਣੀ ਨੇ ਜੀ। ਤੇ ਰਾਣੀ ਹੱਥ ਜੋੜ ਕੇ ਬੇਨਤੀ ਕਰਨ ਲੱਗੀ, ਰਾਵਰ ਭੀ ਇਸ ਦੇਸ਼ ਮੈਂ ਆਵਹੁ ਕਬਹਿ ਨਕੇਤ। ਸੱਚੇ ਪਾਤਸ਼ਾਹ ਇਹ ਦੇਸ਼ ਤੁਹਾਡਾ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਜਦੋਂ ਚਿੱਤ ਕਰੇ ਤੁਸੀਂ ਇਸ ਦੇਸ਼ ਵਿੱਚ ਜ਼ਰੂਰ ਚਰਨ ਪਾਇਓ। ਮਹਾਰਾਜ ਜ਼ਰੂਰ ਚਰਨ ਪਾਇਓ। ਹਾਂਜੀ, ਪੁਨ ਸ਼੍ਰੀ ਹਰਿ ਗੋਬਿੰਦ ਕਹਿਓ ਰੂਪ ਅਪਰ ਕੋ ਧਾਰ। ਤੇ ਵੇਖੋ ਹੁਣ ਮਹਾਰਾਜ ਆਉਣ ਵਾਲੇ ਸਮੇਂ ਦਾ ਬਚਨ ਕਰਨ ਦੇ। ਹਾਂਜੀ, ਗੱਜ ਕੇ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਕਹਿੰਦੇ ਰਾਣੀ ਜਦੋਂ ਹੋਰ ਰੂਪ ਧਾਰਨ ਕਰਾਂਗੇ ਨਾ, 10ਵਾਂ ਰੂਪ, ਹੁਣ ਫਿਰ ਆਵਾਂਗੇ ਤੇਰੇ ਦੇਸ਼ ਵਿੱਚ। ਕਹਿਣ ਲੱਗੇ ਵੇਖ ਲਓ, ਛੋਟੀ ਮੋਟੀ ਤਰੀਕ ਨਹੀਂ ਦਿੱਤੀ ਮਹਾਰਾਜ ਨੇ। ਗੱਜ ਕੇ ਆਖੋ ਵਾਹਿਗੁਰੂ। ਵੀ ਇੰਨੀ ਤਰੀਕ ਨੂੰ ਆ ਜਾਾਂਗੇ। ਹਾਂਜੀ, ਮਹਾਰਾਜ ਕਹਿਣ ਲੱਗੇ ਜਦੋਂ ਹੋਰ ਰੂਪ ਧਾਰਨ ਕਰਾਂਗੇ, 10ਵਾਂ ਰੂਪ ਧਾਰਨ ਕਰਾਂਗੇ, ਫਿਰ ਤੇਰੇ ਦੇਸ਼ ਵਿੱਚ ਆਵਾਂਗੇ। ਕਹਿਣ ਲੱਗੇ ਇੱਥੇ। ਹਾਂਜੀ, ਹੋਵ ਸੰਤਤ ਕੇ ਸਦਨ ਮੈਂ ਬਸੋ ਆਣ ਤਿਸ ਬਾਰ। ਤੇ ਤੇਰੀ ਸੰਤਤ ਗਾਂ ਤੇਰੇ ਸੰਤਾਨ ਜੋ ਹੋਏਗੀ ਉਦੋਂ ਆ ਕੇ ਰਵਾਂਗੇ ਤੇਰੇ ਘਰ ਵਿੱਚ। ਕਹਿਣ ਲੱਗੇ ਗੁਰਮੁਖੋ, ਜਿੱਥੇ ਫਿਰ ਮਹਾਰਾਜ ਨੇ ਲਿਖਿਆ ਨਾ ਜੀ ਜਫਰਨਾਮਾ। ਗੱਜ ਕੇ ਆਖੋ ਵਾਹਿਗੁਰੂ। ਜਿੱਤ ਦੀ ਚਿੱਠੀ ਦੀਨੇ ਕਾਂਗੜ ਹੀ ਲਿਖੀ ਸੀ ਜੀ 10ਵੇਂ ਪਾਤਸ਼ਾਹ ਨੇ। ਹਾਂਜੀ, ਉਹ ਇਹਨਾਂ ਦਾ ਹੀ ਪਰਿਵਾਰ ਸੀਗਾ ਜਿੱਥੇ ਲਿਖੀ ਸੀਗੀ ਜੀ। ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਜੀ ਕਹਿਣ ਲੱਗੇ 10ਵੇਂ ਜਾਮੇ ਵਿੱਚ ਆਵਾਂਗੇ, ਤੁਹਾਡੇ ਪਰਿਵਾਰ ਵਿੱਚ ਆ ਕੇ ਰਵਾਂਗੇ, ਤੇਰੇ ਬੱਚੇ ਹੋਣਗੇ। ਕਹਿਣ ਲੱਗੇ ਉਦੋਂ ਤੇਰੀ ਸੰਤਤ ਸੰਤਾਨ ਦੀ ਅੱਗੇ ਸੰਤਾਨ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਹਾਂਜੀ, ਬੰਸ ਪ੍ਰਵਿਰਤਿ ਅਦਕ ਸੁਖ ਤੁਮ ਆਏ ਮਮ ਕਾਜ। ਤੇ ਤੁਹਾਡਾ ਵੰਸ਼ ਵਧੇ ਫੁੱਲੇਗਾ। ਕਹਿਣ ਲੱਗੇ ਮਹਾਰਾਜ ਨੇ ਬਚਨ ਕੀਤਾ 6ਵੇਂ ਪਾਤਸ਼ਾਹ ਨੇ। ਮਹਾਰਾਜ ਕਹਿਣ ਲੱਗੇ ਤੁਹਾਡਾ ਵੰਸ਼ ਬੜਾ ਵਧੇਗਾ ਫੁੱਲੇਗਾ। ਕਹਿਣ ਲੱਗੇ ਤੁਸੀਂ ਸਾਡੇ ਕੰਮ ਆਏ ਹੋ। ਕਹਿਣ ਲੱਗੇ ਹਾਂਜੀ, ਹਲਤ ਪਲਤ ਰੱਖਿਆ ਕਿਆਹੁ ਭੁਗਤਹੁ ਰਾਜ ਸਮਾਜ। ਆ ਵੀ ਬਚਨ ਬੜਾ ਵੱਡਾ। ਦੋਵੇਂ ਹੱਥ ਜੋੜੋ, ਗੱਜ ਕੇ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਕਹਿਣ ਲੱਗੇ ਤੁਹਾਡੇ ਇਸ ਲੋਕ ਦੇ ਵੀ ਰਾਖੇ ਆ, ਤੁਹਾਡੇ ਉਸ ਲੋਕ ਦੇ ਵੀ ਰਾਖੇ ਆ। ਕਹਿਣ ਲੱਗੇ ਰਾਜ ਭਾਗ ਭੋਗੋ। ਕਹਿਣ ਲੱਗੇ
ਤੁਹਾਡੀਆਂ ਕੁੱਲਾਂ ਵੀ ਰਾਜ ਭਾਗ ਭੋਗਣਗੀਆਂ ਜੀ। ਹਾਂਜੀ, ਸੇਵਾ ਕਰਨ ਵਾਲੇ, ਸਿਮਰਨ ਕਰਨ ਵਾਲੇ ਕਿੱਡੀ ਕਿੱਡੀ ਵੱਡੀ ਪ੍ਰਾਪਤੀ ਕਰ ਜਾਂਦੇ ਜੀ। ਹਾਂਜੀ, ਹਿਮ ਬਾਰ ਦਿਓ ਵਿਸਾਲ ਕੋ ਦੋਹ ਲੋਗਣ ਸੁਖ ਕੇਰ। ਦੋਵਾਂ ਲੋਕਾਂ ਦੇ ਸੁਖ ਦੇ ਬਚਨ ਸੱਚੇ ਪਾਤਸ਼ਾਹ ਨੇ ਇਹਨਾਂ ਦੇ ਨਾਲ, ਇਹਨਾਂ ਦੇ ਘਰ ਵਿੱਚ ਬਹਿ ਕੇ ਕੀਤੇ ਜੀ। ਹਾਂਜੀ, ਸੰਪਤ ਪਾਏ ਪ੍ਰਮੋਦ ਕੋ ਸਿਰ ਧਰ ਪਦ ਪਰ ਫੇਰ। ਤੇ ਦੋਵੇਂ ਦੰਪਤ ਮਹਾਰਾਜ ਦੇ ਚਰਨਾਂ ਤੇ ਬਾਰ-ਬਾਰ ਸਿਰ ਰੱਖ ਰਹੇ ਨੇ, ਹੱਥ ਲਾਉਂਦੇ ਨੇ, ਮੱਥੇ ਟੇਕਦੇ ਨੇ ਸੱਚੇ ਪਾਤਸ਼ਾਹ ਜੀ ਨੂੰ, ਤੇ ਮਹਾਰਾਜ ਆਸ਼ੀਰਵਾਦ ਦੇ ਕੇ ਫਿਰ ਆਪਣੇ ਪੜਾਅ ਤੇ ਆ ਗਏ। ਰਾਣੀ ਨੇ ਬੜੇ ਪਿਆਰ ਨਾਲ ਸੱਚੇ ਪਾਤਸ਼ਾਹ ਜੀ ਨੂੰ ਪ੍ਰਸ਼ਾਦਾ ਛਕਾਇਆ ਤੇ ਵਰ ਲਏ ਜੀ, ਬੜੇ ਜੀ ਬਚਨ ਲਏ ਜੀ। ਖੱਜ ਕੇ ਆਖੋ ਵਾਹਿਗੁਰੂ। ਵੇਖ ਲਓ, ਇਹ ਕਰਮਾਂ ਦੀ ਖੇਡ ਹੀ ਹੈ ਜੀ ਬੰਦੇ ਤੇ। ਹਾਂਜੀ, ਕਿੰਨੇ ਬਚਨ ਲੈ ਲਏ ਰਾਣੀ ਨੇ। ਜਦੋਂ ਮਿਲਣ ਗਈ ਉਦੋਂ ਬਚਨ ਲਏ ਜੀ, ਦੂਜੀ ਵਾਰੀ ਮਿਲਣ ਗਈ ਫਿਰ ਬਚਨ ਲਏ, ਅੱਜ ਤੀਜੀ ਵਾਰੀ ਮਿਲੀ ਤੇ ਫਿਰ ਬਚਨ ਲਏ। ਉਹ ਰਾਣੀ ਵੀ ਧੰਨ ਹੈਗੀ ਹੈ ਜੀ। ਤੇ ਉਤੋਂ ਸਾਡੇ ਸਤਿਗੁਰੂ ਜੀ ਬੜੇ ਧੰਨ ਨੇ ਜੀ। ਗੱਜ ਕੇ ਆਖੋ ਵਾਹਿਗੁਰੂ। ਜਿਹੜੇ ਦੋਵਾਂ ਲੋਕਾਂ ਦੇ ਵਿੱਚ ਸਹਾਇਤਾ ਕਰਦੇ। ਸੱਚੇ ਪਾਤਸ਼ਾਹ ਨੂੰ ਬੇਨਤੀ ਕਰੋ, ਮਹਾਰਾਜ ਸਾਡੇ ਗਰੀਬਾਂ ਦੀ ਵੀ ਬਾਂਹ ਫੜੋ। ਮਹਾਰਾਜ ਸਾਡੇ ਤੇ ਵੀ ਦਇਆ ਕਰੋ, ਸਾਡੇ ਉੱਤੇ ਵੀ ਤਰਸ ਕਰੋ। ਇਸੇ ਤਰ੍ਹਾਂ ਸਾਡੇ ਤੇ ਮਿਹਰਾਂ ਭਰਿਆ ਹੱਥ ਰੱਖੋ। ਤੁਹਾਡਾ ਜਸ ਕਰਦੇ ਰਹੀਏ, ਤੁਹਾਡਾ ਜਸ ਸੁਣਦੇ ਰਹੀਏ। ਬੜੇ ਪਿਆਰ ਨਾਲ ਸੁਰਤੀਆਂ ਬਿਰਤੀਆਂ ਇਕਾਗਰ ਕਰੋ ਤੇ ਗੱਜ ਕੇ ਆਖੋ, ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਆਖੋ ਧੰਨ। ਹਾਂ, ਗੱਜ ਕੇ ਆਖੋ ਧੰਨ। ਦੋਹਾਂ ਲੋਕਾਂ 'ਚ ਸਹਾਇਤਾ ਕਰਨ ਵਾਲੇ ਜੀ। ਹਾਂਜੀ, ਤੇ ਜਿਹੜੀ ਇੱਥੇ ਬਾਂਹ ਫੜ ਲਈ ਉਹਦੀ ਅੱਗੇ ਵੀ ਫੜਨੀ ਜੀ। ਜਿਹੜੀ ਇੱਥੇ ਇੱਜ਼ਤ ਰੱਖ ਰਹੇ ਨੇ ਨਾ ਜੀ, ਉਹਦੀ ਅੱਗੇ ਵੀ ਪੱਕੀ ਇੱਜ਼ਤ ਸੱਚੇ ਪਾਤਸ਼ਾਹ ਰੱਖਦੇ ਜੀ। ਹਾਂਜੀ, ਤੇ ਗੱਜ ਕੇ ਆਖੋ, ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਹਮਾਰਾ, ਧੰਨ ਧੰਨ, ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਹਮਾਰਾ। ਜਿਨੇ ਜਿਨੇ ਦਰਸ਼ਨ ਕੀਤੇ, ਜਿਨੇ ਜਿਨੇ ਸੇਵਾ ਕੀਤੀ, ਉਹ ਨਿਹਾਲ ਹੀ ਹੋ ਗਿਆ ਜੀ। ਇੰਨਾ ਨਿਹਾਲ ਹੋਇਆ, ਇੰਨਾ ਨਿਹਾਲ ਹੋਇਆ। ਅਸੀਂ ਆਮ ਬੰਦੇ, ਆਮ ਕੋਈ ਬੰਦਾ ਹੋਵੇ ਨਾ ਜੀ, ਉਹ ਆਪਣੇ ਇੱਕ ਦਿਨ ਦਾ ਸੁੱਖ ਦੂਜੇ ਬੰਦੇ ਨੂੰ ਨਹੀਂ ਦੇ ਸਕਦਾ ਜੀ। ਕਿਉਂ? ਜੋ ਜਿਹਦੇ ਕਰਮਾਂ 'ਚ ਹੈ ਜੀ। ਪਰ ਜਿਨੇ ਜਿਨੇ ਦਰਸ਼ਨ ਕੀਤੇ ਉਹਦੇ ਕਰਮ ਹੀ ਬਦਲ ਗਏ ਜੀ। ਗੱਜ ਕੇ ਆਖੋ ਵਾਹਿਗੁਰੂ। ਤੁਸੀਂ ਸੁਣਿਆ ਨਾ ਜੀ, ਭਾਈ ਰੂਪੇ ਦੀ ਮਾਤਾ ਦਾ ਜਦੋਂ ਵਿਆਹ ਹੋਇਆ ਸੀਗਾ ਜੀ, ਤੇ ਉਹਨੇ ਸੱਚੇ ਪਾਤਸ਼ਾਹ ਮਹਾਰਾਜ ਦੀ ਸੰਗਤ ਕਰ ਲਈ ਜੀ। ਅੰਮ੍ਰਿਤ ਵੇਲੇ ਉਸੇ ਤਰ੍ਹਾਂ ਸੱਜੀ ਧੱਜੀ ਮਹਾਰਾਜ ਦੇ ਸੰਗਤ 'ਚ ਹਾਜ਼ਰ ਹੋ ਗਈ। ਮਹਾਰਾਜ ਵਿਆਹ ਗਲਤ ਘਰ ਵਿੱਚ ਹੋ ਗਿਆ। ਮਹਾਰਾਜ ਕਹਿੰਦੇ, ਧੀਏ ਤੇਰੇ ਕਰਮਾਂ 'ਚ ਇਹੋ ਲਿਖਿਆ। ਕਹਿਣ ਲੱਗੇ, ਤੇਰੇ ਕਰਮਾਂ 'ਚ ਇਹੋ ਲਿਖਿਆ। ਉਹ ਬੰਦੇ ਇਹੋ ਜਿਹੇ ਨੇ ਕਹਿਣ ਲੱਗੇ, ਪਰ ਹੁਣ ਤੂੰ ਸੰਗਤ ਕਰ ਲਈ। ਕਹਿਣ ਲੱਗੇ, ਤੇਰੇ ਭਾਗਾਂ ਵਿੱਚ ਇਹੋ ਹੀ ਲਿਖਿਆ ਸੀ, ਸੰਗਤ ਕਰ ਲਈ ਹੈ, ਹੁਣ ਤੇਰੇ ਭਾਗ ਹੀ ਬਦਲ ਦੇਣੇ। ਕਹਿਣ ਲੱਗੇ, ਸਾਰੇ ਤੇ ਸਾਰੇ ਭਾਗ ਜੀ। ਹਾਂਜੀ, ਗੁਰੂ ਜੀ ਤੇ ਕਰਮ ਹੀ ਬਦਲ ਦਿੰਦੇ, ਭਾਗ ਹੀ ਬਦਲ ਦਿੰਦੇ ਜੀ। ਇੰਨੇ ਵੱਡੇ ਤੇ ਸਮਰੱਥ ਨੇ ਸੱਚੇ ਪਾਤਸ਼ਾਹ। ਮਿਹਰ ਕਰਨ, ਕਿਰਪਾ ਕਰਨ ਜੀ। ਜ਼ਿੰਦਗੀ ਵਿੱਚ ਗੁਰੂ ਜੀ ਦੇ ਚਰਨਾਂ ਨਾਲ ਜੁੜੀਏ, ਜਸ ਸੁਣੀਏ ਗੁਰੂ ਜੀ ਦਾ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਅੱਗੋਂ ਸੱਚੇ ਪਾਤਸ਼ਾਹ ਕੀ ਕੌਤਕ ਕਰਦੇ ਜੀ, ਮਹਾਰਾਜ ਦਾ ਅਗਲਾ ਪ੍ਰਸੰਗ ਆਪਾਂ ਕੱਲ ਨੂੰ ਸਰਵਣ ਕਰਾਂਗੇ। ਦੋਵੇਂ ਹੱਥ ਜੋੜੋ, ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ